ਅੱਜ ਦੀ ਕਲਾਸ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਜਿਤਨੇ ਵੀ ਪਾਰਟਿਸਪੈਂਟ ਹਨ, ਸਾਰਿਆਂ ਨੂੰ ਜੀ ਆਇਆਂ। ਸਤਿਗੁਰੂ ਜੀ ਦੀ ਰਹਿਮਤ ਬਖਸ਼ਿਸ਼ ਸਦਕਾ ਆਪਾਂ ਜੁੜੇ ਬੈਠੇ ਹਾਂ। ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਉਸ ਮਹਾਨ ਸ਼ਕਤੀ, ਅਪਰੰਪਰ ਸ਼ਕਤੀ, ਉਸ ਕਿਰਪਾਲੂ ਦਿਆਲੂ ਵਾਹਿਗੁਰੂ ਦੇ ਗੁਣਾਂ ਦਾ ਖਿਆਲ ਕਰਨਾ ਔਰ ਉਸ ਦੇ ਸਿਫਤ ਸਲਾਹ ਵਿੱਚ ਉਹਨੂੰ ਵਾਹ ਵਾਹ ਕਹਿਣਾ, ਇਹ ਹਰ ਗੁਰਸਿੱਖ ਦਾ ਫਰਜ਼ ਹੈ। ਇਸੇ ਵਾਸਤੇ ਹੀ ਰੋਜ਼ ਉਹਦੀ ਭਾਵਨੀ ਚ ਰਹਿਣ ਲਈ, ਉਹਦੇ ਪਾਸੋਂ ਵਿਚਾਰਾਂ ਦੀ ਸੂਝ ਮੰਗਣ ਲਈ ਆਪਾਂ ਗੁਰੂ ਪਾਤਸ਼ਾਹ ਅੱਗੇ ਰੋਜ਼ ਸਵੇਰੇ ਬੇਨਤੀ ਕਰਦੇ ਹਾਂ, ਮਹਾਰਾਜ ਜੀ ਕਿਰਪਾ ਰੱਖਣੀ, ਆਪਣੀ ਬਖਸ਼ਿਸ਼, ਆਪਣੀ ਰਹਿਮਤ ਕਰਕੇ ਸਾਨੂੰ ਸਮਝਾਉਣ ਦੀ ਬਲ ਬੁੱਧੀ ਪ੍ਰੇਰਨਾ ਕਰਨੀ। ਮੂਲ ਮੰਤਰ ਗੁਰੂ ਮੰਤਰ ਦਾ ਜਾਪ ਸਾਰੇ ਕਰਾਂਗੇ, ਉਸ ਤੋਂ ਬਾਅਦ ਸਿੱਧ ਗੋਸ਼ਟੀ ਵਿਚਾਰ ਆਰੰਭ ਹੋਏਗੀ। ਸਾਰਿਆਂ ਨੂੰ ਬੇਨਤੀ ਕਰਾਂਗਾ, ਮਨ ਬਿਰਤੀਆਂ ਇਕਾਗਰ ਕਰਕੇ ਗੁਰਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਜੋੜੀਏ, ਮੂਲ ਮੰਤਰ ਤੇ ਗੁਰ ਮੰਤਰ ਦਾ ਜਾਪ ਕਰੀਏ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੁ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੁ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੁ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੁ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਵਾਹਿਗੁਰੂ ਦੀ ਅਪਾਰ ਰਹਿਮਤ ਕਿਰਪਾ ਬਖਸ਼ਿਸ਼ ਸਦਕਾ ਅਸੀਂ ਸਿੱਧ ਗੋਸ਼ਟੀ ਬਾਣੀ ਨੂੰ ਵਿਚਾਰ ਕਰ ਰਹੇ ਹਾਂ। ਪਿਛਲੀਆਂ ਜਿਤਨੀਆਂ ਵੀ ਕਲਾਸਾਂ ਆਪਾਂ ਲਾਈਆਂ ਹਨ, ਉਹਦੇ ਚ 24 ਪੌੜੀਆਂ ਦੀ ਵਿਚਾਰ ਆਪਾਂ ਪਹਿਲਾਂ ਕਰ ਚੁੱਕੇ ਹਾਂ। 24 ਪੌੜੀ ਜਿਹਦੀ ਵਿਚਾਰ ਆਪਾਂ ਕੱਲ ਕੀਤੀ ਸੀ। ਜਿਹੜੇ ਸਵਾਲ 21ਵੀਂ 22ਵੀਂ ਪੌੜੀ ਵਿੱਚ ਜੋਗੀਆਂ ਨੇ ਪੁੱਛੇ ਸਨ, ਉਹਨਾਂ ਦੇ ਜਵਾਬ ਗੁਰੂ ਪਾਤਸ਼ਾਹ ਹੁਣ ਵਿਸਤਾਰ ਸਹਿਤ ਦੇ ਰਹੇ ਹਨ। ਇਹ ਸਵਾਲ ਕੇਵਲ ਜੋਗੀਆਂ ਦੇ ਨਹੀਂ, ਹਰ ਜਗਿਆਸੂ ਦੇ ਅੰਦਰ ਇਹ ਸਵਾਲ ਪੈਦਾ ਹੁੰਦੇ ਨੇ। ਜਿਸਨੇ ਵੀ ਧਰਮ ਦੇ ਮਾਰਗ ਵੱਲ ਕਦਮ ਰੱਖਿਆ, ਉਹਦੇ ਅੰਦਰ ਇਹ ਸਵਾਲ ਪੈਦਾ ਹੋ ਹੀ ਜਾਂਦੇ ਆ। ਪਰ ਜਿਵੇਂ ਜਿਵੇਂ ਗੁਰੂ ਦੇ ਹੁਕਮ ਮੰਨਣ ਦੀ ਜਾਚ ਆਈ ਜਾਂਦੀ ਹੈ, ਜਿਵੇਂ ਜਿਵੇਂ ਇਨਸਾਨ ਹੁਕਮ ਰਜਾਈ ਚੱਲਣਾ ਸਿੱਖੀ ਜਾਂਦਾ ਹੈ, ਜਿਵੇਂ ਜਿਵੇਂ ਅੰਦਰੋਂ ਹਉਮੈ ਦੀਆਂ ਗੱਲਾਂ ਮੁੱਕਦੀਆਂ ਜਾਂਦੀਆਂ ਹਨ, ਤਿਵੇਂ ਤਿਵੇਂ ਸਵਾਲ ਆਪਣੇ ਆਪ ਹੀ ਖਤਮ ਹੋਈ ਜਾਂਦੇ ਹਨ। ਇਹਨਾਂ ਸਵਾਲਾਂ ਦਾ ਜਵਾਬ ਵੀ ਆਪਣੇ ਆਪ ਹੀ ਪਰਮੇਸ਼ਰ ਆਪਣੀ ਬਾਣੀ ਵਿੱਚ ਜੋ ਗੁਰੂ ਪਾਤਸ਼ਾਹ ਨੂੰ ਸ਼ਬਦ ਰੂਪ ਵਿੱਚ ਭੇਜੀ, ਉਸ ਬਾਣੀ ਦੇ ਵਿੱਚੋਂ ਆਪਣੇ ਆਪ ਮਿਲਣੇ ਸ਼ੁਰੂ ਹੋ ਜਾਂਦੇ ਹਨ। ਇਸ ਵਾਸਤੇ ਜਿਹੜੇ ਸੋਹੀ ਸਨ, ਰੱਬ ਦੀ ਦੂਰੀ ਬਣੀ ਹੋਈ ਸੀ, ਹਾਲੇ ਪਿਆਰੇ ਪ੍ਰੀਤਮ ਦਾ ਦੀਦਾਰ ਨਹੀਂ ਹੋਇਆ, ਉਹਦੀ ਭਟਕਣਾ ਵਿੱਚ ਹੀ ਉਹਨਾਂ ਨੇ ਸਾਰਾ ਕੁਛ ਕੀਤਾ, ਘਰ-ਬਾਰ ਤਿਆਗਿਆ, ਹਰ ਚੀਜ਼ ਛੱਡੀ। ਉਹਨਾਂ ਦੇ ਮਨਾਂ ਦੇ ਸਵਾਲ ਜਿਹੜੇ ਸ਼ੰਕੇ ਤੁਖਲੇ ਸਨ, ਜਾਂ ਦੂਜੇ ਪਾਸੇ ਇਹ ਵੀ ਕਹਿ ਸਕਦੇ ਹਾਂ, ਆਪਣੇ ਮਤ ਨੂੰ ਉੱਚਾ ਦੱਸਣ ਲਈ, ਵੱਡਾ ਦੱਸਣ ਦੇ ਲਈ ਗੁਰੂ ਨਾਨਕ ਪਾਤਸ਼ਾਹ ਨੂੰ ਉਹਨਾਂ ਨੇ ਲਾਜਵਾਬ ਕਰਨ ਲਈ ਜਾਂ ਇਹੋ ਜਿਹਾ ਸਕੀਮ ਲਾ ਕੇ ਵੀ ਸਵਾਲ ਪੁੱਛੇ ਹੋ ਸਕਦੇ ਹਨ। ਜਿਵੇਂ ਸਾਡੇ ਅੰਦਰ ਵੀ
कई बार चर्चा का विषय बनता है। सवाल सानू जवाब पता भी होंगे ने, पर असीं जानबूझ के सवाल करते हैं भी ਉਹਦਾ जवाब इनू ना आवे ते असीं कहांगे ਇਹ ਕਾਹਦੇ ਇਹਨੂੰ ਕੋਈ ਗੁਰਮਤ ਦਾ ਧਾਰਨੀ ਹੈ ਤੇ ਸਵਾਲਾਂ ਦੇ ਜਵਾਬ ਵੀ ਨਹੀਂ ਆਉਂਦੇ ਤੇ ਮਨ ਦੇ ਵਿੱਚ ਇਹੋ ਜਿਹੇ ਖਿਆਲ ਵੀ ਆ ਜਾਂਦੇ। ਕਈ ਵਾਰ ਸਾਡੇ ਚਰਚਾ ਕਰਨ ਲੱਗਿਆ ਖਿਆਲ ਆਣਾ ਨਹੀਂ ਚਾਹੀਦਾ। ਚਰਚਾ ਦਾ ਖਿਆਲ ਸਿਰਫ ਇੰਨਾ ਹੀ ਹੋਣਾ ਚਾਹੀਦਾ ਵੀ ਅਸੀਂ ਕੁਝ ਸਿੱਖਣਾ ਹੈ, ਕੁਝ ਲੈਣਾ ਹੈ, ਨਾ ਕਿ ਚਰਚਾ ਦਾ ਖਿਆਲ ਆਪਾਂ ਇਸ ਕਰਕੇ ਕਰਨਾ ਵੀ ਦੂਜੇ ਨੂੰ, ਬੋਲਣ ਵਾਲੇ ਨੂੰ ਜਾਂ ਕਹਿਣ ਵਾਲੇ ਨੂੰ ਆਪਾਂ ਛੋਟਾ ਦਿਖਾ ਕੇ ਚਰਚਾ ਦਾ ਗੱਲ ਕਰੀਏ। ਇਸ ਵਾਸਤੇ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਦੇ ਜਵਾਬ ਬੜੇ ਹਲੀਮੀ ਨਾਲ, ਬੜੇ ਧੀਰਜ ਨਾਲ, ਬੜੇ ਪਿਆਰ ਨਾਲ ਉਹਨਾਂ ਨੂੰ ਉਠਾ ਕੇ ਆਪ ਸਤਿਗੁਰੂ ਜੀ ਉਹਨਾਂ ਦੇ ਵਿੱਚ ਬੈਠੇ ਹੋਏ ਹਨ। ਆਸ-ਪਾਸ ਉਹਨਾਂ ਦਾ ਘੇਰਾ ਬਣਿਆ ਹੋਇਆ ਤੇ ਉਹਨਾਂ ਨੂੰ ਗੁਰੂ ਪਾਤਸ਼ਾਹ ਜਵਾਬ ਦੇ ਜਾਂਦੇ ਨੇ। 24ਵੀਂ ਪੌੜੀ ਵਿੱਚ ਉਹਨਾਂ ਨੇ ਪੁੱਛਿਆ ਸੀ, ਜਿਹੜਾ ਪਹਿਲਾਂ 21ਵੀਂ ਪੌੜੀ ਸਵਾਲ ਪੁੱਛਿਆ ਸੀ ਕਿ ਪ੍ਰਮਾਤਮਾ ਜਿਹੜਾ ਹੈ ਉਹ ਕਿਵੇਂ ਆਉਂਦਾ ਹੈ, ਤੇ ਗੁਰੂ ਸਾਹਿਬ ਜੀ ਨੇ ਉਹਦੇ ਜਵਾਬ ਜਿਹੜੇ ਸੀ ਦਿੱਤੇ ਵੀ ਉਹ ਕਿੱਥੇ ਟਿਕਿਆ ਹੋਇਆ ਕੀ ਹੈ। ਕੱਲ ਦੀ ਪੌੜੀ 'ਚ ਆਪਾਂ ਵਿਚਾਰ ਕੀਤੀ ਸੀ ਕਿ ਜਦੋਂ ਅਦ੍ਰਿਸ਼ਟ ਅਵਸਥਾ ਤੋਂ ਪ੍ਰਭੂ, ਨਿਰਮਲ ਪ੍ਰਭੂ ਪ੍ਰਗਟ ਹੁੰਦਾ ਹੈ ਤੇ ਨਿਰਗੁਣ ਤੇ ਸਰਗੁਣ ਸਰੂਪ ਦੋ ਸਰੂਪ ਉਹਦੇ ਬਣਦੇ ਹਨ। ਇੱਕ ਤ੍ਰੈ ਗੁਣੀ ਮਾਇਆ ਤੋਂ ਉੱਪਰ ਹੈ ਜਿਹੜਾ ਪਰਮੇਸ਼ਰ ਦਾ ਨਿਰਗੁਣ ਸਰੂਪ ਹੈ। ਇੱਕ ਸਰਗੁਣ ਸਰੂਪ ਆਕਾਰ ਵਾਲਾ ਹੈ ਜੋ ਸਾਰੇ ਸੰਸਾਰ ਦੇ ਵਿੱਚ ਉਹਦਾ ਸਰੂਪ ਹੈ। ਸਭ ਮੈਂ ਜੋਤ, ਜੋਤ ਹੈ ਸੋਏ। ਇਹ ਆਪਾਂ ਗੁਰਬਾਣੀ ਵਿੱਚ ਬਹੁਤ ਵਾਰੀ ਪੜ੍ਹ ਚੁੱਕੇ ਹਾਂ। ਇਹ ਪਰਮੇਸ਼ਰ ਦੀ ਜੋਤ ਸਾਰਿਆਂ ਵਿੱਚ, ਇਹ ਉਹਦਾ ਸਰਗੁਣ ਸਰੂਪ ਹੈ। ਪਰਮੇਸ਼ਰ ਆਪ ਹੀ ਸੂਖਮ ਤੇ ਅਸਥੂਲ ਦੋਨੇ ਸਰੂਪ ਧਾਰਨ ਕਰ, ਸੂਖਮ ਤੇ ਅਸਥੂਲ, ਦਿਸਦਾ ਤੇ ਨਹੀਂ ਦਿਸਦਾ। ਜਦੋਂ ਇਸ ਸੰਸਾਰ ਦੇ ਵਿੱਚੋਂ ਜੀਵ ਦਾ ਮਨ ਸਤਿਗੁਰ ਦੇ ਸ਼ਬਦ ਨਾਲ ਰੰਗਿਆ ਜਾਂਦਾ ਹੈ, ਪੂਰੀ ਤਰ੍ਹਾਂ ਪਤੀਤ ਜਾਂਦਾ ਹੈ, ਵਿੰਨਿਆ ਜਾਂਦਾ ਹੈ, ਪਰੋਇਆ ਜਾਂਦਾ ਹੈ, ਫਿਰ ਉਹਦੀ ਅਵਸਥਾ ਉੱਚੀ ਹੋ ਜਾਂਦੀ ਹੈ। ਆਤਮਿਕ ਅਵਸਥਾ ਜਦੋਂ ਉੱਚੀ ਹੋ ਜਾਂਦੀ ਹੈ ਉਦੋਂ ਸਮਝਣਾ ਚਾਹੀਦਾ ਹੈ ਉਹਨੇ ਆਪਣੇ ਆਪ ਨੂੰ ਗੁਰੂ ਦੀ ਸ਼ਬਦ ਦੀ ਰਾਹੀਂ ਪ੍ਰਭੂ ਦੇ ਵਿੱਚ ਆਪਣੇ ਆਪ ਨੂੰ ਲੀਨ ਕਰ ਲਿਆ ਹੈ। ਜਦੋਂ ਇੰਨੀ ਆਤਮਿਕ ਅਵਸਥਾ ਬਣ ਜਾਏ, ਮੇਰੀ ਤੇਰੀ ਦਾ ਭਾਵ ਖਤਮ ਹੋ ਜਾਏ, ਉਦੋਂ ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਫਿਰ ਉਸ ਵੇਲੇ ਉਹ ਕੇਵਲ ਇੱਕ ਸਦਾ ਕਹਿਣ ਵਾਲੀ ਹਸਤੀ ਪਰਮੇਸ਼ਰ ਦੀ ਗੱਲ ਹੀ ਕਰਦਾ ਹੈ। ਦੂਆ ਤੀਆ ਉਹਦੇ ਦਿਮਾਗ 'ਚ ਨਹੀਂ ਆਉਂਦਾ, ਨਾ ਹੀ ਦੂਜੇ ਤੀਜੇ ਦਾ ਖਿਆਲ ਉਹਨੂੰ ਆਉਂਦਾ। ਹਉਮੈ ਦੇ ਕਾਰਨ ਆਪਣੀ ਜਿਹੜੀ ਦੂਜਾ ਭਾਵ ਬਣਿਆ ਹੋਇਆ ਸੀ, ਮੈਂ ਮੇਰੀ ਬਣੀ ਹੋਈ ਸੀ, ਹਉਮੈ ਦੇ ਕਾਰਨ ਉਹ ਅੰਦਰੋਂ ਉਹਦੇ ਖਤਮ ਹੋ ਜਾਂਦੀ ਹੈ ਤੇ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਦੂਜੀ ਹਸਤੀ ਦਾ ਖਿਆਲ ਤੱਕ ਵੀ ਉਹਨੂੰ, ਇਹੋ ਜਿਹਾ ਵਿਚਾਰ ਵੀ ਉਹਦੇ ਮਨ ਵਿੱਚ ਕਦੀ ਨਹੀਂ ਆਉਂਦਾ। ਬਸ ਸਤਿਗੁਰ ਕਹਿਣ ਲੱਗੇ, ਜੋਗੀ ਜੀ ਸਤਿਗੁਰ ਦੇ ਸ਼ਬਦ ਨੂੰ ਸਮਝਣਾ, ਉਹਨੂੰ ਹਿਰਦੇ ਵਿੱਚ ਵਸਾਉਣਾ, ਇਹਦੇ ਨਾਲ ਹੀ ਹਿਰਦੇ ਦਾ ਕੌਲ ਰੂਪੀ ਫੁੱਲ ਖਿੜ ਜਾਂਦਾ ਹੈ। ਪੁੱਠੀਆਂ ਸਿੱਧੀਆਂ ਤੜੀਆਂ ਘੁਮਾ ਕੇ ਕੌਲ ਫੁੱਲ ਨਹੀਂ ਖਿਲਦਾ, ਨਾ ਹੀ ਇਹ 10ਵੇਂ ਦੁਆਰ ਦੀਆਂ ਗੱਲਾਂ ਦਾ ਤੁਹਾਡਾ ਜਿਹੜਾ ਹੈ ਉਹਦੇ ਨਾਲ ਕਵਲ ਫੁੱਲ ਖਿੜਦਾ, ਨਾ ਹੀ ਮੱਥੇ ਦੀ ਤਰਕੁੱਟੀ ਤੇ ਨਾ ਹੀ ਹਿਰਦੇ ਦੀਆਂ ਨਾੜੀਆਂ ਖੋਲ ਕੇ ਜਿਹੜੇ ਯੋਗ ਆਸਨਾ ਤੁਸੀਂ ਕਰਦੇ ਹੋ ਉਹਦੇ ਨਾਲ ਇਹ ਨਹੀਂ ਖੁੱਲਦਾ। ਉਹ ਕੌਲ ਫੁੱਲ ਜਦੋਂ ਖਿੜਨਾ ਹੈ ਤਾਂ ਉਹ ਪਰਮੇਸ਼ਰ ਦੇ, ਗੁਰੂ ਦੇ ਭੇਜੇ ਹੋਏ, ਜੇ ਪਰਮੇਸ਼ਰ ਦੇ ਦਿੱਤੇ ਹੋਏ ਸੁਨੇਹੇ ਗੁਰੂ ਰਾਹੀਂ ਜੋ ਬਾਣੀ ਦੇ ਰੂਪ ਵਿੱਚ ਸਾਡੇ ਪਾਸ ਹਨ, ਉਹ ਸ਼ਬਦ ਨੂੰ ਸਮਝਣਾ, ਵਿਚਾਰਨਾ, ਫਿਰ ਹਿੰਦੇ ਦਾ ਟਿਕਾਉਣਾ ਤੇ ਜ਼ਿੰਦਗੀ ਫਿਰ ਉਹਦੇ ਮਨ ਬਚ ਕਰਮਾਂ ਕਰਕੇ ਆਪਣੀ ਜ਼ਿੰਦਗੀ ਨੂੰ ਧਾਰਨ ਕਰਨਾ। ਇਹਦੇ ਨਾਲ ਹਿਰਦੇ ਦਾ ਕੌਲ ਫੁੱਲ ਖਿੜਦਾ ਹੈ। ਜੇ ਮਨੁੱਖ ਜਿਉਂਦਾ ਮਰਦਾ ਹੈ, ਉਹ ਉਹੀ ਸ਼ਬਦ ਨਾਲ ਮਰ ਸਕਦਾ ਹੈ। ਕੱਲ ਆਪਾਂ ਸਾਰੀ ਵਿਚਾਰ ਕੀਤੀ ਸੀ, ਭਾਵ ਅੰਦਰੋਂ ਹਉਮੈ ਦਾ ਤਿਆਗ ਕਰਕੇ ਨਾ ਸਵਾਰਥ ਨੂੰ ਖਤਮ ਕਰ ਦੇਣਾ। ਜਿਉਂਦਾ ਮਰਨਾ ਕੀ ਹੈ? ਅੰਦਰੋਂ ਸਵਾਰਥ ਨੂੰ ਮੁਕਾਉਣਾ, ਹਉਮੈ ਦਾ ਤਿਆਗ ਕਰਨਾ। ਉਹਨੂੰ ਜਦੋਂ ਇਹੋ ਜਿਹੀ ਅਵਸਥਾ ਬਣਦੀ ਉਹ ਫਿਰ ਜ਼ਿੰਦਗੀ ਦੇ ਹਰ ਪਹਿਲੂ ਦੀ ਜਿਹੜੀ ਹੈ ਖਬਰ ਲੱਗ ਜਾਂਦੀ ਹੈ, ਸਮਝ ਆ ਜਾਂਦੀ ਹੈ, ਚੰਗਾ ਕੀ ਹੈ, ਮਾੜਾ ਕੀ ਹੈ, ਇਹ ਗੱਲ ਉਸਨੂੰ ਸਮਝ ਆ ਜਾਂਦੀ ਹੈ। ਤੇ ਜਦੋਂ ਚੰਗੇ ਮਾੜੇ ਦੀ ਸਮਝ ਆ ਗਈ, ਫਿਰ ਉਹਦਾ ਜੀਵਨ ਪਰਮਿਤਾ ਪਰਮੇਸ਼ਰ ਦੇ ਨਾਲ ਅਭੇਦ ਜਿਹੜਾ ਹੈ ਉਹ ਹੋ ਜਾਂਦਾ ਹੈ। ਮਨੁੱਖ ਸਾਰਿਆਂ ਦੇ ਉਹਦਾ ਸੁਭਾਅ ਜਿਹੜਾ ਬਦਲ ਜਾਂਦਾ ਹੈ, ਉਹਨੂੰ ਸਾਰਿਆਂ ਵਿੱਚ ਪਰਮੇਸ਼ਰ ਨਜ਼ਰ ਆਉਂਦਾ ਹੈ ਤੇ ਪਰਮੇਸ਼ਰ ਹੀ ਉਸ ਦੀ ਸਾਰੇ ਪੈਦਾਇਸ਼ ਕਰਨ ਵਾਲਾ ਤੇ ਖਤਮ ਕਰਨ ਵਾਲਾ, ਇਹ ਸਾਰੀ ਸ਼ਕਤੀ ਉਹਦੇ ਹੱਥ ਵਿੱਚ ਕਰਤਾ ਹੈ। ਉਹ ਪੁਰਖ ਹੈ, ਉਹ ਸਰਬ ਵਿਆਪਕ ਵੀ ਹੈ, ਰਚਨਹਾਰ ਵੀ ਹੈ, ਉਹ ਦੁਨੀਆਂ 'ਚ ਨਹੀਂ ਆਉਂਦਾ। ਇਹ ਗੱਲਾਂ ਸਾਰੀਆਂ ਨੂੰ ਸਮਝ ਆ ਜਾਂਦੀਆਂ। ਸੋ ਗੁਰੂ ਜੀ ਤੇ ਰਹਿਮਤ ਕਰੇ, ਬਖਸ਼ਿਸ਼ ਕਰੇ, ਉਹਨੂੰ ਇਹ ਗੱਲ ਜਿਹੜੀ ਸਮਝ ਆਉਂਦੀ ਹੈ। 24ਵੀਂ ਪੌੜੀ ਦਾ ਸੰਖੇਪ ਜਿਹਾ ਭਾਵ ਜਿਹੜਾ ਆਪਾਂ ਕੱਲ ਵਿਚਾਰ ਕੀਤੀ ਸੀ, ਉਹਦਾ ਆਪਾਂ ਰੀਕੈਪ ਕੀਤਾ, ਕਿਉਂਕਿ 25ਵੀਂ ਪੌੜੀ ਜਿਹੜੀ ਹੈ ਅਗਲੇ ਸਵਾਲ ਦਾ ਜਵਾਬ ਜੋ ਉਹਨਾਂ ਨੇ ਪੁੱਛਿਆ ਸੀ, ਜੀਵ ਕਿੱਥੋਂ ਆਉਂਦਾ ਹੈ, ਜੀਵ ਕਿੱਥੇ ਜਾਂਦਾ ਹੈ ਤੇ ਕਿੱਥੇ ਟਿਕਦਾ ਹੈ, ਇਹ ਸਾਰੇ ਸਵਾਲ ਜੋਗੀਆਂ ਨੇ ਪੁੱਛੇ ਸੀਗੇ ਤੇ ਗੁਰੂ ਪਾਤਸ਼ਾਹ ਜੀ ਨੇ ਅੱਜ ਉਹਦਾ ਜਵਾਬ ਦਿੱਤਾ ਹੈ। ਇਹਨੂੰ ਸਮਝਣ ਲਈ ਬੜੀ ਡੂੰਘਾਈ ਦੀ ਲੋੜ ਹੈ। ਇਹਨੂੰ ਸਮਝਣ ਲਈ
ਸਾਡੇ ਸਰੀਰ ਦੀ ਬੰਤਰ ਦੀ ਲੋੜ ਹੈ, ਤੇ ਗੁਰੂ ਪਾਤਸ਼ਾਹ ਦੀ ਦੱਸੇ ਹੋਏ ਇਹਨਾਂ ਬਚਨਾਂ ਨੂੰ ਆਪਾਂ ਪੜ੍ਹ ਲਈਏ, ਉਸ ਤੋਂ ਬਾਅਦ ਇਹਦੀ ਵਿਚਾਰ ਆਪਾਂ ਆਰੰਭ ਕਰਦੇ ਹਾਂ। ਸਾਚੋਂ ਉਪਜੈ ਸਾਚ ਸਮਾਵੈ, ਸਾਚੇ ਸੂਚੇ ਏਕ ਮਿਆ, ਝੂਠੇ ਆਵੇਂ ਠਵਰ ਨ ਪਾਵੇਂ, ਦੂਜੈ ਆਵਾ ਗੌਣ ਪਿਆ। ਆਵਾ ਗੌਣ ਮਿਟੈ ਗੁਰ ਸ਼ਬਦੀ, ਆਵਾ ਗੌਣ ਮਿਟੈ ਗੁਰ ਸ਼ਬਦੀ, ਆਪੇ ਪਰਖੈ ਬਖਸ਼ ਲਿਆ। ਏਕਾ ਬੇਦਨ ਦੂਜੈ ਵਿਆਪੀ, ਨਾਮ ਰਸਾਇਣ ਵਿਸਰਿਆ। ਸੋ ਬੁਝੈ ਜਿਸ ਆਪ ਬੁਝਾਏ, ਗੁਰ ਕੈ ਸ਼ਬਦ ਸੋ ਮੁਕਤ ਭਇਆ। ਨਾਨਕ ਤਾਰੇ ਤਾਰਨ ਹਾਰਾ, ਹਉਮੈ ਦੂਜਾ ਪਰ ਹਰਿਆ। ਨਾਨਕ ਤਾਰੇ ਤਾਰਨ ਹਾਰਾ, ਹਉਮੈ ਦੂਜਾ ਪਰ ਹਰਿਆ। ਗੁਰੂ ਪਾਤਸ਼ਾਹ ਜੀ ਨੇ ਅੱਜ ਉਹ ਸਵਾਲ ਦਾ ਜਵਾਬ ਦਿੱਤਾ, ਜੀਵ ਕਿੱਥੋਂ ਆਉਂਦਾ ਹੈ, ਕਿੱਥੇ ਜਾਂਦਾ ਹੈ। ਇਹ ਤੋਖਲਾ ਅਸਲ ਵਿੱਚ ਹਰ ਮਨੁੱਖ ਦੇ ਅੰਦਰ ਹੈ। ਧਰਮ ਦੀ ਦੁਨੀਆ ਤੇ ਵਿਸ਼ਵਾਸ ਕਰਨ ਵਾਲੇ ਆਸਤਿਕ ਲੋਕ ਤੇ ਧਰਮ ਦੀ ਦੁਨੀਆ ਨੂੰ ਨਾ ਮੰਨਣ ਵਾਲੇ ਨਾਸਤਿਕ ਲੋਕ, ਦੋਨਾਂ ਦੇ ਅੰਦਰ ਇਹ ਤੋਖਲਾ ਬਣਿਆ ਹੋਇਆ। ਜਿਹੜੇ ਆਸਤਿਕ ਹਨ ਉਹਨਾਂ ਨੂੰ ਪੂਰੀ ਸਮਝ ਨਹੀਂ ਆਉਂਦੀ, ਉਹ ਇਸੇ ਉਲਝਣ ਦੇ ਵਿੱਚ ਪਿਆ ਹੀ ਜ਼ਿੰਦਗੀ ਆਪਣੀ ਸਾਰੀ ਨਿਭਾ ਲੈਂਦੇ। ਜਿਹੜੇ ਨਾਸਤਿਕ ਹਨ ਉਹ ਕਿਉਂਕਿ ਰੱਬ ਦੀ ਹੋਂਦ ਮੰਨਣ ਤੋਂ ਇਨਕਾਰੀ ਨੇ, ਇਸ ਵਾਸਤੇ ਉਹਨਾਂ ਦੇ ਵਿਚਾਰ ਅਨੁਸਾਰ ਕੁਝ ਨਹੀਂ ਹੈਗਾ, ਬਸ ਠੀਕ ਹੈ, ਮੌਜਾਂ ਕਰੋ, ਖਾਓ ਪੀਓ, ਐਸ਼ ਕਰੋ। ਉਹਨਾਂ ਦੀ ਸੋਚ ਇੱਥੇ ਖੜੀ ਹੈ। ਆਸਤਿਕ ਦੀ ਸੋਚ ਗੁੰਝਲ 'ਚ ਫਸੀ ਹੋਈ ਹੈ ਕਿ ਉਹ ਕੀ ਕਰੇ, ਇਹਨਾਂ ਦਾ ਜਵਾਬ ਕਿੱਥੋਂ ਦੇਵੇ, ਇਹ ਸਵਾਲ ਕਿੱਦਾਂ ਇਹਨਾਂ ਹੱਲ ਕੀਤੇ ਜਾਣ। ਜਦੋਂ ਕੋਈ ਸਵਾਲ ਕਠਿਨ ਆ ਜਾਏ, ਅਸੀਂ ਮੈਥ ਪੜ੍ਹਦੇ ਸੀ, ਕਈ ਵਾਰੀ ਸਾਰਾ ਦਿਨ ਉਹਨੂੰ ਸੋਚਦਿਆਂ ਲੱਗ ਜਾਂਦਾ ਸੀ, ਇਹਦਾ ਹੱਲ ਕੀ ਹੋਏਗਾ, ਕਿਹੜਾ ਫਾਰਮੂਲਾ ਲੱਗੇਗਾ, ਕਿਸ ਤਰ੍ਹਾਂ ਸਵਾਲ ਦਾ ਹੱਲ ਲੱਭੇਗਾ, ਪਰ ਕਈ ਵਾਰੀ ਲੱਭਦਾ ਹੀ ਨਹੀਂ ਸੀ। ਵੱਡੇ ਵੱਡੇ ਵਿਦਵਾਨਾਂ ਨੂੰ ਵੀ ਕਈ ਵਾਰੀ ਸਵਾਲ ਦੇ ਹੱਲ ਨਹੀਂ ਸੀ ਲੱਭਦਾ। ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਮਸਲਾ ਏਦਾਂ ਦਾ ਹੈ ਜਿਹੜਾ ਜੁਗੀਆਂ ਦਾ ਹੀ ਨਹੀਂ ਹੈ ਜਾਂ ਸਿੱਧਾ ਦਾ ਨਹੀਂ ਸੀ। ਇਹ ਐਸਾ ਮਾਮਲਾ ਸੀ ਜਿਹੜਾ ਹਰ ਬੰਦੇ ਦੇ ਅੰਦਰ ਜਿਹੜਾ ਉਹ ਵਸਿਆ ਹੋਇਆ ਹੈ, ਤੇ ਅੱਜ ਸਾਡੇ ਅੰਦਰ ਵੀ ਇਹ ਤੋਖਲਾ ਬਣਿਆ ਹੋਇਆ। ਯਾਰ ਕੀ ਹੋਏਗਾ, ਕਿੱਥੋਂ ਆਏ ਸੀ ਅਸੀਂ, ਕਿਵੇਂ ਗੱਲ ਬਣੇਗੀ, ਇਹ ਸਾਰਾ ਕੁਝ ਸਾਡੇ ਅੰਦਰ ਵੀ ਕਈ ਵਾਰੀ ਇਹ ਵਿਚਾਰ ਚੱਲਦੇ ਨੇ। ਹਾਂ, ਜਿਹਨਾਂ ਦੀ ਅਵਸਥਾ ਉੱਚੀ ਹੋ ਜਾਂਦੀ ਉਹ ਨਹੀਂ ਸੋਚਦੇ, ਉਹ ਕਹਿੰਦੇ ਮਾਲਕ ਨੇ ਭੇਜਿਆ, ਮਾਲਕ ਨੇ ਲੈ ਜਾਣਾ, ਇਸ ਵਾਸਤੇ ਇਹਨਾਂ ਗੱਲਾਂ 'ਚ ਪੈਣ ਦੀ ਲੋੜ ਨਹੀਂ, ਜਿਸ ਕੰਮ ਲਈ ਆਏ ਉਹ ਕੰਮ ਕਰੇ। ਜਿਹੜੇ ਸ਼ਬਦ ਵਿੱਚ ਰੰਗੇ ਜਾਂਦੇ ਹਨ, ਜਿਹਨਾਂ ਦਾ ਜ਼ਿਕਰ ਪਿਛਲੀ ਪੌੜੀ 'ਚ ਕੀਤਾ ਮਹਾਰਾਜ ਨੇ, ਉਹ ਇਹੋ ਜਿਹੀ ਵਿਚਾਰਧਾਰਾ ਦੇ ਉੱਤੇ ਵਿਸ਼ਵਾਸ ਨਹੀਂ ਕਰਦੇ ਵੀ ਕਿੱਥੋਂ ਆਇਆ, ਜੋ ਆਇਆ ਠੀਕ। ਕਹਿੰਦੇ ਜਨਮ ਮਿਲਿਆ ਨਾ, ਜਿਸ ਕੰਮ ਲਈ ਮਿਲਿਆ ਉਹ ਕੰਮ ਕਰੀਏ। ਜਨਮ ਮਿਲਿਆ ਸੀ ਮਿਲ ਜਗਦੀਸ਼, ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਸ਼ ਡਰੀਆ। ਬਸ ਉਹਨਾਂ ਨੂੰ ਇਹੋ ਹੀ, ਉਹਨਾਂ ਦੇ ਸਾਹਮਣੇ ਆਹੀ ਸਵਾਲ ਹੈ ਵੀ ਅਸੀਂ ਉਹਨੂੰ ਮਿਲਣਾ ਕਿਵੇਂ ਆ। ਉਹਨਾਂ ਦਾ ਸਵਾਲ ਇਹ ਨਹੀਂ ਹੈ ਵੀ ਅਸੀਂ ਕਿੱਥੋਂ ਆਏ, ਕਿੱਥੇ ਜਾਣਾ ਹੈ, ਕਿੱਥੇ ਗਏ, ਕਿਉਂ ਉਪਜੇ, ਕਿਵੇਂ ਪੈਦਾ ਹੋਏ। ਇਹ ਸਵਾਲ ਉਹਨਾਂ ਦੇ ਅੰਦਰ ਨਹੀਂ ਆਉਂਦਾ। ਉਹ ਤਾਂ ਆਪਣੇ ਆਪ ਨੂੰ ਬਸ ਇਹੋ ਹੀ ਸਮਝਦੇ ਨੇ ਕਿ ਮਾਲਕਾ ਤੂੰ ਕਿਰਪਾ ਕੀਤੀ ਹੈ, ਸਾਨੂੰ ਇਹ ਜਨਮ ਦੀ ਸਰਦਾਰੀ ਬਖਸ਼ੀ ਹੈ, ਮਨੁੱਖਾ ਜਨਮ ਬਖਸ਼ਿਆ, ਸਾਡੇ ਇਸ ਜੀਵਨ ਦੀ ਘਾਟ ਵੀ ਤੂੰ ਘੜ, ਇਸ ਜੀਵਨ ਨੂੰ ਸੋਹਣਾ ਵੀ ਤੂੰ ਬਣਾ, ਸ਼ਿੰਗਾਰ ਵੀ ਤੂੰ, ਕਿ ਜਿਸ ਕਾਰਜ ਲਈ ਅਸੀਂ ਆਏ ਉਹ ਕਾਰਜ ਪੂਰਾ ਕਰ ਸਕੀਏ। ਉਹਨਾਂ ਅੰਦਰ ਇਹ ਸਵਾਲ ਪੈਦਾ ਨਹੀਂ ਹੁੰਦੇ, ਜਿਹੜੇ ਆਪਣੇ ਆਪ ਨੂੰ ਬਿਲਕੁਲ ਪਰਮੇਸ਼ਰ ਦੇ ਅੱਗੇ, ਆਪਣੇ ਆਪ ਨੂੰ ਬਿਲਕੁਲ 100% ਜਿਹਨੂੰ ਅਸੀਂ ਕਹਿ ਦਈਏ ਉਹਨੂੰ ਸੌਂਪ ਦਿੰਦੇ ਹਾਂ। ਜਦੋਂ ਸੌਂਪਣਾ ਕਰ ਦਿੱਤੀ ਤੇ ਗੁਰੂ ਪਾਤਸ਼ਾਹ ਜੀ ਨੇ ਇਹਦਾ ਜਵਾਬ ਦੇ ਦਿੱਤਾ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਜਦੋਂ ਇਹ ਸੌਂਪੇ ਫਿਰ ਪਤਾ ਵੀ ਲੱਗ ਜਾਂਦਾ, ਮਿਲ ਵੀ ਜਾਂਦਾ। ਫਿਰ ਜਦੋਂ ਮਿਲ ਹੀ ਗਿਆ ਫਿਰ ਸਵਾਲਾਂ ਦੇ ਜਵਾਬ ਆਪੇ ਹੀ ਮੁੱਕ ਜਾਂਦੇ, ਆਪੇ ਆ ਜਾਂਦੇ ਆ, ਸਵਾਲ ਹੀ ਖਤਮ ਹੋ ਜਾਂਦੇ। ਤੇ ਹੁਣ ਇਹ ਸਵਾਲ ਜਿਹੜਾ ਸੀ ਬੜਾ ਡੂੰਘਾ ਆ, ਜੀਵ ਆਉਂਦਾ ਕਿੱਥੋਂ ਹੈ, ਜੀਵ ਜਾਂਦਾ ਕਿੱਥੋਂ ਹੈ। ਸਾਨੂੰ ਵੀ ਕੁਝ ਪੁੱਛ ਲਵੇ, ਅਸੀਂ ਵੀ ਖੜਾ ਛਡਾਉਣ ਦੀ ਗੱਲ ਕਰਦੇ ਹਾਂ
ਅਸੀਂ ਵੀ ਆਪਣਾ ਖਹਿੜਾ ਛਡਾਉਂਦੇ ਹਾਂ ਕਿ ਸਵਾਲ ਦਾ ਜਵਾਬ ਸਾਨੂੰ ਵੀ ਆਉਂਦਾ ਨਹੀਂ। ਇਹ ਸਵਾਲਾਂ ਦੇ ਜਵਾਬ ਜਿਹੜੇ ਅਸੀਂ ਵੀ ਦੇਣ ਤੋਂ ਸਮਰਥ ਜਿਹੇ ਹੋ ਜਾਂਦੇ ਹਾਂ ਕਈ ਵਾਰ, ਕਿਉਂਕਿ ਸਾਡੀ ਵਿਚਾਰਧਾਰਾ ਇੰਨੀ ਡੂੰਘੀ ਨਹੀਂ ਬਣੀ, ਇੰਨੇ ਵਿਚਾਰ ਇੰਨੇ ਡੂੰਘੇ ਸਾਨੂੰ ਫਿਲਾਸਫੀ ਸਮਝ ਨਹੀਂ ਆਈ, ਜਿਹਦੇ ਕਰਕੇ ਕਈ ਵਾਰ ਸਾਨੂੰ ਅਸੀਂ ਖਹਿੜਾ ਛਡਾਉਂ, ਚੱਲ ਛੱਡੋ ਯਾਰ, ਇਹਨਾਂ ਤੋਂ ਕੀ ਲੈਣਾ, ਇਹਨਾਂ ਤੋਂ ਕਰਨਾ। ਉਹਦੇ ਨਾਲ ਜਿਹੜਾ ਜਗਿਆਸੂ ਦਾ ਤੋਖਲਾ ਹੱਲ ਨਹੀਂ ਹੁੰਦਾ, ਸਗੋਂ ਉਹਦੇ ਤੋਖਲੇ ਵਿੱਚ ਉਹਦੇ ਅੰਦਰ ਹੋਰ ਸਵਾਲ ਪੈਦਾ ਹੋ ਜਾਂਦੇ, ਯਾਰ ਇਹਨੂੰ ਵੀ ਨਹੀਂ ਆਉਂਦਾ, ਐਵੇਂ ਇੰਨਾ ਸਮਾਂ ਬਰਬਾਦ ਕਰਤਾ, ਐਵੇਂ ਧਰਮ ਦੀ ਵਿਸ਼ਵਾਸ ਦੀ ਗੱਲ ਕੀਤੀ, ਐਵੇਂ ਧਰਮ ਉੱਤੇ ਤੁਰਦੇ ਹਾਂ। ਇਹੋ ਜਿਹੀਆਂ ਗੱਲਾਂ ਅੰਦਰ ਆਮ ਪੈਦਾ ਹੁੰਦੀਆਂ ਨੇ, ਜਿਹਨਾਂ ਦਾ ਮੈਂ ਜ਼ਿਕਰ ਬਾਰ-ਬਾਰ ਕਰ ਰਿਹਾ ਵੀ ਸਾਡੇ ਜੀਵਨ ਦੇ ਵਿੱਚ ਇਹ ਗੱਲਾਂ ਜਿਹੜੀਆਂ ਨੇ ਆਮ ਪੈਦਾ ਹੁੰਦੀਆਂ ਨੇ। ਤੇ ਗੁਰੂ ਪਾਤਸ਼ਾਹ ਜੀ ਨੇ ਹੁਣ ਕਿਹਾ ਵੀ ਦੇਖੋ ਗੱਲ ਇਹਨੂੰ ਸਮਝਣ ਲਈ ਸਮਝਣਾ ਪਏਗਾ ਤੇ ਰੱਬ ਜਿਹੜਾ ਹੈ ਉਹ ਦੋ ਹਿੱਸੇ ਹਨ ਰੱਬ ਦੇ। ਆਪਾਂ ਜਿਵੇਂ ਕੱਲ ਗੁਰੂ ਸਾਹਿਬ ਜੀ ਨੇ ਗੱਲ ਕੀਤੀ ਸੀ, ਇੱਕ ਨਿਰਗੁਣ ਸਰੂਪ ਹੈ, ਇਹ ਸਰਗੁਣ ਸਰੂਪ ਹੈ। ਜੇ ਇਹਨੂੰ ਗੱਲ ਸਮਝ ਲਈਏ, ਇਹ ਗੱਲ ਥੋੜੀ ਜਿਹੀ ਸਮਝ ਪੈ ਜਾਏ ਕਿ ਨਿਰਗੁਣ ਸਰੂਪ ਕੀ ਹੈ, ਸਰਗੁਣ ਸਰੂਪ ਕੀ ਹੈ, ਤਾਂ ਫਿਰ ਗੁਰੂ ਪਾਤਸ਼ਾਹ ਦੇ ਵਿੱਚ ਆਪ ਨਿਰਗੁਣ ਤੇ ਸਰਗੁਣ ਦੀ ਆਪ ਹੀ ਗੱਲ ਕਰਦੇ ਨੇ। ਸੁਖਮਣੀ ਦੀ ਬਾਣੀ ਆਪਾਂ ਪੜ੍ਹਦੇ ਹਾਂ, ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਵੇਖਣ ਹਾਰਾ, ਸਗਲ ਸਮਗਰੀ ਜਾਂ ਕਾ ਤਨਾ, ਆਪਨ ਜਸ ਆਪ ਹੀ ਸੁਣਾ, ਆਵਨ ਜਾਨ ਇੱਕ ਖੇਲ ਬਣਾਇਆ, ਆਗਿਆਕਾਰੀ ਕਿੰਨੀ ਮਾਇਆ, ਸਭ ਕੈ ਮਦ ਅਲਿਪਤੋ ਰਹਿ, ਅਲਿਪਤੋ ਰਹਿ, ਜੋ ਕੁਛ ਕਹਿਣਾ ਸੋ ਆਪੇ ਕਹੇ। ਫਿਰ ਅੱਗੇ ਗੁਰੂ ਪਾਤਸ਼ਾਹ ਨੇ ਗੱਲ ਸਮਝਾਈ ਸੀ, ਆਗਿਆ ਆਵੇ ਆਗਿਆ ਜਾਏ, ਨਾਨਕ ਜਾਂ ਭਾਵੇ ਤਾਂ ਲੈ ਸਮਾਏ। ਇਹ ਸੁਖਮਣੀ ਦੇ ਆਪਾਂ ਵਚਨ ਆਪ ਪਾਠ ਆਮ ਘਰਾਂ 'ਚ ਕਰਦੇ ਹਾਂ। ਹੁਣ ਜ਼ਬਾਨ ਨੇ ਪਾਠ ਤਾਂ ਪਤਾ ਨਹੀਂ 1000 ਜਾਂ ਲੱਖ ਵਾਰ ਵੀ ਕਰ ਰਿਹਾ ਹੋਏਗਾ। ਦੇਖੋ ਕਿਤਨਾ ਲੜੀਆਂ ਚੱਲਦੀਆਂ ਸੁਖਮਣੀ ਸਾਹਿਬ ਦੇ ਪਾਠ ਦੀਆਂ, ਕਦੀ ਇਹਦੀ ਵਿਚਾਰ ਕਰਕੇ ਦੇਖੀ ਵੀ ਗੁਰੂ ਸਾਹਿਬ ਇੱਥੇ ਕਹਿਣਾ ਕੀ ਚਾਹੁੰਦੇ ਆ, ਸਾਨੂੰ ਸਮਝਾਉਣਾ ਕੀ ਚਾਹੁੰਦੇ ਆ। ਤੇ ਇਹ ਖਿਆਲ ਕਰੀਏ ਤੇ ਸਤਿਗੁਰੂ ਦਾ ਕਹਿੰਦੇ ਨੇ ਵਰਤਾਰਾ ਵੀ ਉਹਦਾ ਹੈ, ਪਸਾਰਾ ਵੀ ਉਹਦਾ ਹੈ, ਉਹ ਦੇਖਦਾ ਵੀ ਉਹੀ ਹੈ, ਨੈਣ ਵੀ ਸਾਰੇ ਉਹਦੇ ਹੀ ਨੇ, ਇਹਨਾਂ ਨੈਣਾਂ ਦੇ ਜੋਤ ਉਹਨੇ ਰੱਖੀ ਹੈ, ਇਹਦਾ ਮਤਲਬ ਦੇਖਣ ਵਾਲਾ ਵੀ ਉਹੀ ਹੈ, ਦੇਖਦਾ ਵੀ ਹੈ। ਇਹ ਸਾਰੀ ਸਮੱਗਰੀ ਜੋ ਉਹਨੇ ਬਣਾਇਆ ਉਹ ਵੀ ਉਹਦਾ ਹੈ, ਉਹਨੇ ਆਪਣੀ ਵਡਿਆਈ ਆਪ ਕੀਤੀ, ਆਪ ਸੁਣੀ ਵੀ ਸੁਣਦਾ ਹੈ। ਅਸਲ 'ਚ ਇਹ ਤਾਂ ਖੇਡ ਹੈ, ਚਲਤ ਹੈ, ਆਮ ਜਾਣਾ ਸੰਸਾਰ ਦੇ ਉੱਤੇ, ਕਿੱਥੋਂ ਆਇਆ ਕਿੱਥੇ ਗਿਆ, ਇਹ ਤਾਂ ਖੇਡ ਹੈ। ਕੋਈ ਮਾਲਕ ਨੇ ਇੱਥੇ ਮਾਇਆ ਪੈਦਾ ਕੀਤੀ, ਸਾਨੂੰ ਭੁਲੇਖਿਆਂ 'ਚ ਪਾ ਦਿੱਤਾ, ਮਾਲਕ ਨੇ ਸਾਨੂੰ ਸਮਝ ਬਖਸ਼ੀ ਤੇ ਅਸੀਂ ਇਸ ਪਾਸੇ ਲੱਗ ਗਏ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਵੀ ਦੋ ਸਰੂਪ ਨੇ ਉਸ ਪਰਮੇਸ਼ਰ ਦੇ, ਇਹ ਇੱਕ ਨਿਰਗੁਣ ਸਰੂਪ ਹੈ ਤੇ ਇੱਕ ਸਰਗੁਣ ਸਰੂਪ ਹੈ। ਜਿਹੜਾ ਇਸੇ ਤਰ੍ਹਾਂ ਹੀ ਇਨਸਾਨ ਦੇ ਵੀ ਦੋ ਸਰੂਪ ਨੇ, ਜਿਹੜੀ ਉਹਦੀ ਕੁਦਰਤ ਹੈ, ਬਣਾਏ ਹੋਏ ਕਾਦਰ, ਅਸੀਂ ਕਾਦਰ ਦੀ ਰਚਨਾ ਹਾਂ, ਕਿਉਂਕਿ ਉਹਦਾ ਸਰੂਪ ਆ, ਉਹਦਾ ਹਿੱਸਾ। ਇਹਦੇ 'ਚ ਇੱਕ ਨੂੰ ਅਨੁਭਵ ਕੀਤਾ ਜਾ ਸਕਦਾ, ਇੱਕ ਨੂੰ ਅੱਖਾਂ ਨਾਲ ਵੇਖਿਆ ਜਾ ਸਕਦਾ ਹੈ। ਹੁਣ ਬੜੀ ਖਿਆਲ ਦੀ ਗੱਲ ਹੈ, ਸਾਡੀ ਬਣਤਰ ਕਿਵੇਂ ਹੋਈ, ਕਿਸ ਤਰ੍ਹਾਂ ਬਣੇ, ਇਹ ਸਵਾਲ ਦਾ ਜਵਾਬ ਜਿਹੜਾ ਸਮਝਣ ਲਈ, ਇਹ ਕਿੱਥੋਂ ਆਇਆ ਕਿੱਥੇ ਸਮਾਏ ਸਮਝਣ ਲਈ, ਇਹ ਗੱਲ ਬੜੀ ਜ਼ਰੂਰੀ ਹੈ ਸਮਝਣ ਦੀ। ਇੱਕ ਚੀਜ਼ ਨੂੰ ਅਸੀਂ ਅਨੁਭਵ ਕਰ ਸਕਦੇ ਹਾਂ, ਇੱਕ ਦੂਜਾ ਹਿੱਸਾ ਹੈ ਜਿਹੜਾ ਦਿਸਦਾ ਹੈ। ਗੁਰੂ ਪਾਤਸ਼ਾਹ ਜੀ ਨੇ ਫਿਰ ਬਾਰ-ਬਾਰ ਇਹ ਗੱਲ ਵੀ ਦਿੱਤੀ, ਦੂਜਾ ਹਿੱਸਾ ਕੁਦਰਤ ਦਾ ਹੈ, ਇੱਕ ਹਿੱਸਾ ਪਰਮੇਸ਼ਰ ਦਾ, ਦੂਜਾ ਹਿੱਸਾ ਕੁਦਰਤ ਦਾ ਹੈ। ਜਿਹਨੂੰ ਅਸੀਂ ਕੁਦਰਤ ਦੀ ਗੱਲ ਕੀਤੀ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀਏ, ਕਰ ਆਸਣ ਡਿਠੋ ਚਾਓ। ਦੂਜੇ ਨੰਬਰ ਤੇ ਇੱਕ ਹਿੱਸਾ ਇਹ ਹੈ, ਉਹ ਦਿਸਦਾ ਹੈ, ਕੁਦਰਤ ਵੀ ਸਾਰੀ ਸਭ ਕੁਝ ਦੇਖਦੇ ਹਾਂ, ਕੁਦਰਤ ਦੇ ਅਸੀਂ ਆਕਾਰ ਦੇਖਦੇ ਹਾਂ, ਪਰ ਨਿਰਾਕਾਰ ਨੂੰ ਅਸੀਂ ਮਰਾਉਣ ਵਾਲੇ ਨੂੰ ਨਹੀਂ ਦੇਖ ਸਕਦੇ, ਕਿ ਇਹਨਾਂ ਅੱਖਾਂ ਦਿਸਦਾ ਨਹੀਂ, ਨਿਰਾਕਾਰ ਹੈ ਉਹਦੇ ਵਿੱਚ ਹੀ। ਇਹਦਾ ਮਤਲਬ ਦੋ ਹਿੱਸਿਆਂ ਦੇ ਵਿੱਚ ਰਚਨਾ ਜਿਹੜੀ ਹੈ ਪ੍ਰਕਿਰਤੀ ਦੀ ਹੋਈ ਹੈ, ਇੱਕ ਆਕਾਰ ਹੈ, ਇੱਕ ਨਿਰਾਕਾਰ ਹੈ। ਜਿਹੜਾ ਆਕਾਰ ਵਿੱਚ ਆਉਂਦਾ ਨਹੀਂ, ਜਿਹੜਾ ਕਰਤਾ ਵੀ ਹੈ, ਪੁਰਖ ਵੀ ਹੈ, ਸਰਵ ਵਿਆਪਕ ਵੀ ਹੈ, ਰਚਨਹਾਰਾ ਵੀ ਹੈ, ਪਰ ਆਪ ਸਭ ਕੁਝ ਕਰਨ ਤੋਂ ਬਾਅਦ ਦਿਸਦਾ ਵੀ ਨਹੀਂ ਹੈ, ਪਰ ਪਸਾਰਾ ਉਹਦਾ ਹੀ ਹੈ। ਗੁਰੂ ਪਾਤਸ਼ਾਹ ਜੀ ਨੇ ਸਾਨੂੰ ਗੱਲ ਸਮਝਾਈ ਕਿ ਦੇਖੋ ਇਹ ਜਿਹੜਾ ਸੰਸਾਰ ਜਿਹੜਾ ਉਹਨੇ ਰਚਿਆ ਪਰਮੇਸ਼ਰ ਨੇ, ਇਹ ਜਿੰਨਾ ਦਿਸਦਾ ਪਸਾਰਾ ਸਾਰਾ ਉਹਦਾ ਸਾਡਾ ਸਰਗੁਣ ਸਰੂਪ ਜਿਹੜਾ ਉਹਦੇ 'ਚ ਆਉਂਦਾ ਹੈ। ਹੁਣ ਜਿਹੜਾ ਦਿਸਦਾ ਸਰੂਪ ਹੈ ਇਹ ਹਮੇਸ਼ਾ ਹੀ ਨਾਸ਼ਵਾਨ ਹੈ, ਉਹ 'ਚ ਮਨੁੱਖ ਦਾ ਸਰੀਰ ਵੀ ਹੈ ਕਿਉਂਕਿ ਦਿਸਦਾ ਸਰੂਪ ਹੈ। ਜਿਹੜੀ ਚੀਜ਼ ਵੀ ਦ੍ਰਿਸ਼ਟ ਵਿੱਚ ਹੈ ਉਹ ਬਿਨਸਨਹਾਰ ਹੈ,
ਦ੍ਰਿਸ਼ਟਮਾਨ ਸਭ ਬਿਨਸ ਹੈ। ਜਿਹੜੀ ਚੀਜ਼ ਦ੍ਰਿਸ਼ਟੀ ਦੇ ਵਿੱਚ ਆ ਜਾਂਦੀ ਹੈ, ਜਿਹੜੀ ਦੇਖਣ ਵਾਲੀ ਹੈ, ਕੋਈ ਚੀਜ਼ ਵੀ ਹੈ ਕੁਦਰਤ ਦੀ, ਉਹ ਬਿਨਸਨਹਾਰ ਹੈ, ਨਾਸ਼ਵਾਨ ਹੈ। ਕਿਉਂਕਿ ਅੱਜ ਦਿਸਦੀ ਹੈ, ਕੱਲ ਨਹੀਂ ਦਿਸੇਗੀ। ਇਹ ਸਮਝਣਾ ਬੜਾ ਜ਼ਰੂਰੀ ਹੈ। ਦਿਸਦਾ ਹੋਇਆ ਪਸਾਰਾ ਹਮੇਸ਼ਾ ਹੀ ਨਾਸ਼ਵਾਨ ਮੰਨਿਆ ਜਾਂਦਾ ਹੈ। ਇਹ ਦੋ ਹਿੱਸੇ ਅਸੀਂ ਦੇਖਦੇ ਹਾਂ ਵੀ ਇੱਕ ਦਿਸਦਾ ਹੈ, ਇੱਕ ਨਹੀਂ ਦਿਸਦਾ। ਜਿਹੜਾ ਦਿਸਣ ਵਾਲਾ ਹੈ, ਇਹ ਪਸਾਰਾ ਨਾਸ਼ਵਾਨ ਹੈ। ਦੂਜਾ ਹਿੱਸਾ ਜਿਹੜਾ ਨਹੀਂ ਦਿਸਦਾ, ਉਹ ਸੱਚ ਹੈ। ਉਹ ਸੱਚ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ। ਹੁਣ ਉਹ ਸੱਚ ਦੇਖਿਆ ਨਹੀਂ ਜਾ ਸਕਦਾ, ਉਹਨੂੰ ਕੇਵਲ ਅਨੁਭਵ ਕੀਤਾ ਜਾ ਸਕਦਾ, ਮਹਿਸੂਸ ਕੀਤਾ ਜਾ ਸਕਦਾ ਹੈ। ਸੱਚ ਜਿਹੜਾ ਹੈ ਦੇਖਿਆ ਨਹੀਂ ਜਾ ਸਕਦਾ, ਸੱਚ ਨੂੰ ਅਨੁਭਵ ਕੀਤਾ ਜਾ ਸਕਦਾ। ਹੁਣ ਉਹ ਕਿਸੇ ਸ਼ਕਲ ਵਿੱਚ ਵੀ ਨਹੀਂ ਆਉਂਦਾ, ਉਹ ਕਿਸੇ ਸੂਰਤ ਵਿੱਚ ਵੀ ਨਹੀਂ ਆਉਂਦਾ, ਉਹ ਨਾਸ਼ਵਾਨ ਵੀ ਨਹੀਂ ਹੈ। ਜੋ ਨਾਸ਼ਵਾਨ ਹੈ ਉਹ ਸੱਚ ਨਹੀਂ ਹੋ ਸਕਦਾ। ਸੱਚ ਤਾਂ ਸਦਾ ਕਾਇਮ ਰਹਿਣ ਵਾਲੀ ਚੀਜ਼, ਹਸਤੀ। ਜਿਹੜੀ ਨਾਸ਼ਵਾਨ ਹੈ, ਜਿਹੜੀ ਝੂਠ ਹੈ, ਬੇਸਨਹਾਰ ਹੈ, ਉਹ ਕਦੀ ਸੱਚ ਨਹੀਂ ਹੋ ਸਕਦੀ। ਦੋਨਾਂ ਦਾ ਆਪਸੀ ਵਿਰੋਧ ਹੈ। ਇੱਕ ਦਿਸਦਾ ਪਸਾਰੇ ਦਾ, ਇੱਕ ਨਹੀਂ ਦਿਸਦਾ ਪਸਾਰਾ, ਇੱਕ ਨਾਸ਼ਵਾਨ ਦਾ। ਤੇ ਇੱਕ ਉਹ ਹੈ, ਜਿਵੇਂ ਆਪਾਂ ਕਹਿ ਲਈਏ ਸੱਚ ਤੇ ਝੂਠ ਦੋਵੇਂ ਇਕੱਠੇ ਨਹੀਂ ਟਿਕ ਸਕਦੇ। ਜਾਂ ਸੱਚ ਹੋਏਗਾ ਜਾਂ ਝੂਠ ਹੋਏਗਾ। ਜੋ ਅਸੀਂ ਬੋਲਦੇ ਹਾਂ, ਇਹ ਦੋ ਚੀਜ਼ਾਂ ਇਕੱਠੀਆਂ ਨਹੀਂ ਟਿਕਦੀਆਂ। ਜਾਂ ਅਸੀਂ ਸੱਚ ਬੋਲ ਰਹੇ ਹਾਂ ਜਾਂ ਝੂਠ ਬੋਲ ਰਹੇ ਹਾਂ। ਦੋ ਚੀਜ਼ਾਂ ਇਕੱਠੀਆਂ ਨਹੀਂ ਹੋ ਸਕਦੀਆਂ। ਬਈ ਕਹੀਏ ਵੀ ਸੱਚ ਝੂਠ ਇਕੱਠੇ ਕਰ ਲਈਏ। ਹਾਂ, ਜੋ ਅਸੀਂ ਬੋਲ ਦਿੱਤਾ, ਜਾਂ ਉਹ ਸੱਚ ਬੋਲਿਆ ਜਾਂ ਝੂਠ ਬੋਲਿਆ, ਇਹ ਗੱਲ ਤਾਂ ਪੱਕੀ ਹੈ। ਇਹ ਹੈਗੇ ਇਕੱਠੇ ਹੀ। ਹੁਣ ਦਿਸਦਾ ਤੇ ਅਣਦਿਸਦਾ ਪਸਾਰਾ ਹੈ ਇਕੱਠੇ। ਦਿਸਦਾ ਪਸਾਰਾ ਵੀ, ਸੱਚ ਤੇ ਝੂਠ ਇਕੱਠੇ ਹਨ। ਦੇਖੋ, ਬੜੀ ਡੀਪ ਜੀ ਡੂੰਘੀ ਦੀ ਫਿਲਾਸਫੀ ਗੁਰੂ ਪਾਤਸ਼ਾਹ ਨੇ ਇਹਦੇ ਚ ਰੱਖੀ ਹੈ। ਇਹ ਜਿਹੜੀ ਅੱਜ ਦੀ ਇਹ ਪੌੜੀ ਹੈ, ਇਹਦੇ ਚ ਬੜਾ ਡੂੰਘਾ ਜਿਹਾ ਵਿਚਾਰ ਜਿਹੜੇ ਹਨ ਗੁਰੂ ਪਾਤਸ਼ਾਹ ਨੇ ਸਾਨੂੰ ਦੱਸੇ ਹਨ। ਕਹਿੰਦੇ ਦੇਖੋ, ਇਹ ਸੱਚ ਤੇ ਝੂਠ, ਦਿਸਦਾ ਤੇ ਅਣਦਿਸਦਾ ਪਸਾਰਾ ਹੈਗੇ ਇਕੱਠੇ। ਹੁਣ ਜੋਗੀ ਜੀ, ਤੁਸੀਂ ਸਵਾਲ ਕੀਤਾ ਸੀ, ਤੁਹਾਡਾ ਸਵਾਲ ਆਇਆ ਸੀ ਸਾਡੇ ਅੱਗੇ ਵੀ ਇਹ ਕਿੱਥੋਂ ਆਇਆ ਹੈ, ਇਹਨੇ ਕਿੱਥੇ ਜਾਣਾ ਹੈ, ਤੁਹਾਡਾ ਸਵਾਲ ਸੀ। ਹੁਣ ਗੁਰੂ ਪਾਤਸ਼ਾਹ ਜੀ ਨੇ ਇਹ ਗੱਲ ਕੀਤੀ ਬਈ ਇਹ ਦੋ ਹਿੱਸੇ ਹਨ। ਜੋ ਵੀ ਪਹਿਲਾਂ ਇਹ ਦੱਸ, ਤੇਰਾ ਸਵਾਲ ਕਿਸ ਦੇ ਸੰਬੰਧ ਵਿੱਚ ਹੈ? ਜਿਹੜਾ ਤੂੰ ਸਵਾਲ ਕਰ ਰਿਹਾ ਉਹਦਾ ਸੰਬੰਧ ਕਿਹਦੇ ਨਾਲ ਹੈ? ਉਹ ਸੱਚ ਨਾਲ ਹੈ ਕਿ ਝੂਠ ਨਾਲ ਹੈ? ਕਿਉਂਕਿ ਪਸਾਰਾ ਦੋ ਚੀਜ਼ਾਂ ਦਾ ਹੈ। ਜੇ ਪਰਮੇਸ਼ਰ ਇਹਦੇ ਵਿੱਚ ਹੈ, ਇੱਕ ਜੀਵ ਹੈ, ਤੇ ਇਹ ਤੇਰਾ ਸਵਾਲ ਕਿਹਦੇ ਬਾਰੇ ਹੈ? ਉਹ ਇੱਕ ਨਿਰਗੁਣ ਹੈ, ਇੱਕ ਸਰਗੁਣ ਹੈ। ਤੂੰ ਦੱਸ ਕਿਹਦੇ ਪਰ ਸਵਾਲ ਤੂੰ ਪੁੱਛਿਆ ਵੀ ਤੇਰਾ ਸਵਾਲ ਕਿਹਦੇ ਬਾਰੇ ਹੈ? ਦੇਖੋ, ਬੜਾ ਡੂੰਘੀ ਦੀ ਗੱਲਬਾਤ ਹੈ। ਇਹਨੂੰ ਸਮਝਣ ਦੇ ਲਈ ਬੜੇ ਬਾਰ-ਬਾਰ ਮੈਂ ਬੇਨਤੀ ਕਰ ਰਿਹਾ ਵੀ ਬੜਾ ਹੀ ਡੂੰਘੀ ਸੋਚ ਲਾਉਣੀ ਪਏਗੀ ਇਸ ਵਿਚਾਰ ਨੂੰ ਸਮਝਣ ਲਈ। ਜੀਵ ਕਿੱਥੋਂ ਆਇਆ ਸੀ ਤੇ ਕਿੱਥੇ ਜਾਂਦਾ ਸੀ? ਜਿਹੜਾ ਮਹਾਰਾਜ ਨੇ ਕਿਹਾ ਸਾਚੋਂ ਉਪਜੈ ਸਾਚ ਸਮਾਵੇ, ਸਾਚੇ ਸੂਚੇ ਏਕ ਮਿਆ। ਇਸ ਗੱਲ ਨੂੰ ਸਮਝਣ ਲਈ ਸਾਨੂੰ ਬੜੀ ਆਪਣੀ ਪੂਰੀ ਸ਼ਕਤੀ ਜੋ ਹੈ ਉਹਨੂੰ ਇਕਾਗਰ ਕਰਨਾ ਪਏਗਾ, ਔਰ ਸਮਝਣੀ ਪਏਗੀ ਗੁਰਬਾਣੀ ਨੂੰ। ਗੁਰਬਾਣੀ ਦੀ ਡੂੰਘੀ ਫਿਲਾਸਫੀ ਕੀ ਹੈ, ਗੁਰਬਾਣੀ ਨੇ ਸਾਨੂੰ ਸ਼ਬਦ ਨੇ ਦਿੱਤਾ ਕੀ ਹੈ। ਹੁਣ ਕਹਿੰਦੇ ਨੇ ਵੀ ਦੱਸ ਤੇਰਾ ਸਵਾਲ ਕਿਹਦੇ ਬਾਰੇ ਹੈ? ਵੀ ਜੋ ਨਾਸ਼ਵਾਨ ਉਹਦੇ ਬਾਰੇ, ਜਾਂ ਜੋ ਸੱਚ ਨਹੀਂ ਉਹਦੇ ਬਾਰੇ? ਸਵਾਲ ਤੇਰਾ ਕਿਹਦੇ ਬਾਰੇ ਹੈ? ਹੁਣ ਨਿਰਗੁਣ ਤੇ ਸਰੂਪ ਦੋਨੇ ਇਕੱਠੇ ਹਨ। ਜਦੋਂ ਵੱਖ ਹੋ ਜਾਣ ਤਾਂ ਉਦੋਂ ਜੀਵਨ ਦਾ ਅੰਤ ਹੋ ਜਾਂਦਾ। ਦੇਖੋ, ਜਦੋਂ ਵੱਖਰੇ ਹੋ ਜਾਂਦੇ ਉਦੋਂ ਜੀਵਨ ਦਾ ਅੰਤ ਹੋ ਜਾਂਦਾ। ਹੁਣ ਗੁਰੂ ਸਾਹਿਬ ਨੇ ਇੱਥੇ ਉੱਤਰ ਦੇਣਾ ਸ਼ੁਰੂ ਕੀਤਾ ਵੀ ਜੀਵਨ ਜਦੋਂ ਜਨਮ ਉਦੋਂ ਹੁੰਦਾ ਜਦੋਂ ਦੋਨੇ ਸਰੂਪ ਇਕੱਠੇ ਹੁੰਦੇ ਹਨ। ਜੋਤ ਪਰਮੇਸ਼ਰ ਦੀ ਅੰਸ਼ ਹੈ, ਜੋਤ ਪਰਮੇਸ਼ਰ ਦੀ ਅੰਸ਼ ਹੈ। ਜਦ ਤੱਕ ਜੋਤ ਨਹੀਂ ਟਿਕਾਉਂਦਾ, ਇਹਦਾ ਜਨਮ ਵੀ ਨਹੀਂ ਹੁੰਦਾ। ਦੇਖੋ ਕਿਆ ਕਮਾਲ ਦੀ ਬਾਤ ਹੈ। ਪਰ ਦੇਖੋ, ਪਰਮੇਸ਼ਰ ਦੀ ਬੇਅੰਤਤਾ ਵੀ ਦੇਖੋ, ਕਮਾਲ ਦੀ ਬਾਤ ਹੈ। ਉਹਦੀ ਬੇਅੰਤਤਾ ਵੀ ਦੇਖੋ ਵੀ ਹਾਲੇ ਜੋਤ ਨਹੀਂ ਰੱਖੀ, ਲੇਕਿਨ ਜੋਤ ਤੋਂ ਪਹਿਲਾਂ ਜਿਹਦੇ ਵਿੱਚ ਜੋਤ ਰੱਖਣੀ ਸੀ ਉਹਨੂੰ ਸੰਭਾਲ ਕੇ ਵੀ ਉਹਨੇ ਰੱਖਿਆ ਮਾਂ ਦੇ ਗਰਭ ਦੇ ਅੰਦਰ। ਇਹਨੂੰ ਕਹਿੰਦੇ ਪ੍ਰਭ ਭਾਵੇ ਬਿਨ ਸਾਸ ਤੇ ਰੱਖ ਕੇ। ਹਾਲੇ ਸਾਸ ਤਾਂ ਚੱਲੇ ਹੀ ਨਹੀਂ ਸੀ, ਹਾਲੇ ਤਾਂ ਜੋਤ ਰੱਖੀ ਨਹੀਂ ਉਹਨੇ, ਹਾਲੇ ਤਾਂ ਲਹੂ ਮਾਸ ਦਾ ਲੋਥੜਾ ਜਿਹਾ ਹੀ ਬਣਿਆ ਸੀ ਉਹਦੇ ਚ, ਹਾਲੇ ਤਾਂ ਕੁਛ ਵੀ ਨਹੀਂ ਸੀ। ਮਤਲਬ ਕਿਆ ਕਮਾਲ ਦੀ ਦੂਰ ਦ੍ਰਿਸ਼ਟੀ ਹੈ ਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਅੰਦਰ। ਕਿੰਨੀਆਂ ਡੂੰਘੀਆਂ ਸਾਨੂੰ ਚੀਜ਼ਾਂ ਮਿਲਦੀਆਂ ਨੇ, ਕਿੰਨਾ ਕੁਝ ਸਾਨੂੰ ਸਮਝਣ ਨੂੰ ਮਿਲਦਾ। ਤੇ ਗੁਰੂ ਪਾਤਸ਼ਾਹ ਜੀ ਨੇ ਉਹਨੂੰ ਕਿਹਾ ਦੇਖੋ ਭਾਈ, ਦੋ ਚੀਜ਼ਾਂ ਹਨ,
दोने इकट्ठियां तो रहिंदियां ने, पर एक अंत होने वाली है, खत्म होने वाली है, नाशवान है, एक नाशवान वाली नहीं। ਜਿਹਨੂੰ ਅਸੀਂ ਆਖਦੇ ਆ ਜੀਵ ਆਤਮਾ ਤੇ ਸਰੀਰ, ਦੋ ਹਿੱਸੇ ਸਾਡੇ ਹਨ। ਹੁਣ ਸਰੀਰ ਦੀ ਬਣਤਰ ਦੇ ਵੀ ਦੋ ਹਿੱਸੇ ਹਨ, ਇੱਕ ਜੀਵ ਆਤਮਾ, ਇੱਕ ਸਰੀਰ ਹੈ। ਸਰੀਰ ਇਹ ਜੇ ਦੇਖੋ, ਜੇ ਇਕੱਲਾ ਸਰੀਰ ਹੋਵੇ ਤਾਂ ਇਹਦੀ ਕੋਈ ਇਹ ਪੈਦਾ ਹੀ ਨਹੀਂ ਹੋ ਸਕਦਾ ਜਦ ਤੱਕ ਇਹ ਜੀਵ ਆਤਮਾ ਨਹੀਂ ਟਿਕਦੀ। ਗੁਰੂ ਪਾਤਸ਼ਾਹ ਨੇ ਇਹ ਗੱਲ ਬਾਣੀ ਚ ਕਹੀ ਹੈ ਬਈ ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਨਾਨਕ ਸਾਹਿਬ ਦੀ ਬਾਣੀ ਆਪਾਂ ਪੜ੍ਹਦੇ ਆ, 33ਵੀਂ ਪੌੜੀ ਹੈ। ਕਹਿੰਦੇ ਸਰੀਰ ਨੂੰ ਕਹਿੰਦੇ ਨੇ, ਕਹਿੰਦੇ ਦੇਖ ਤੇਰੇ ਦੋ ਹਿੱਸੇ ਨੇ, ਤੇਰੀ ਬੰਤਰ ਤਾਂ ਮਾਂ-ਬਾਪ ਦੇ ਮਿਲਾਪ ਤੋਂ ਅੱਗੇ ਜਾ ਕੇ ਵੀ ਜ਼ਿਕਰ ਆ ਜਾਏਗਾ, ਸ਼ੁਰੂ ਹੋ ਗਈ ਸੀ, ਪਰ ਹਾਲੇ ਉਹਦੇ ਚ ਸਵਾਸ ਨਹੀਂ, ਸਰੀਰ ਬਣਨਾ ਲੁੱਥੜਾ ਹੀ ਸੀ, ਕੁਛ ਵੀ ਨਹੀਂ ਸੀ। ਪਰ ਜਦੋਂ ਮਾਲਕ ਨੇ ਇਹ ਸਰੀਰਾ ਮੇਰਾ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਦੋ ਵਾਰੀ ਗੱਲ ਪੱਕੀ ਕੀਤੀ, ਇੱਕ ਵਾਰੀ ਨਹੀਂ। ਸਮਝਣ ਲਈ ਸਾਨੂੰ ਕਿਹਾ, ਦੋ ਦੁਹਰਾਉਣ ਦਾ ਮਤਲਬ ਹੁੰਦਾ ਹੈ ਵੀ ਤੈਨੂੰ ਸਮਝ ਨਹੀਂ ਆਈ, ਲੈ ਇੱਕ ਵਾਰੀ ਫੇਰ ਸੁਣ ਲੈ। ਜੀਵ ਨੂੰ ਵੀ ਗੁਰੂ ਪਾਤਸ਼ਾਹ ਗੁਰੂ ਅਮਰਦਾਸ ਜੀ ਦੁਹਰਾ ਕੇ ਗੱਲ ਸਮਝਾਉਂਦੇ ਨੇ ਵੀ ਸਰੀਰਾ ਮੇਰਿਆ, ਸਰੀਰ ਦੇ ਜਿਹ ਤੇ ਤੂੰ ਮਾਨ ਕਰਦਾ, ਪਰ ਤੇਰੇ ਖਿਆਲ ਕਰ ਕਰਤੇ ਨੇ ਜੋਤ ਰੱਖੀ ਹੈ ਤਾਂ ਤੂੰ ਜਗ ਮੈਂ ਇਸ ਸੰਸਾਰ ਚ ਆਇਆ। ਤੇਰੇ ਨਹੀਂ ਕਿੰਨੀ ਜੋਤ ਰੱਖੀ ਹੈ। ਫਿਰ ਗੁਰੂ ਪਾਤਸ਼ਾਹ ਨੇ ਉਹਦੇ ਅੱਗੇ ਗੱਲ ਕੀਤੀ, ਹਰ ਆਪੇ ਮਿਤਾ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਜੀਵ ਵੀ ਉਹਨੇ ਪੈਦਾ ਕੀਤਾ, ਜਗਤ ਵੀ ਉਹਨੇ ਦਿਖਾਇਆ। ਕਹਿੰਦੇ ਜੇ ਗੁਰ ਪ੍ਰਸਾਦੀ ਬੂਝਾ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਸ੍ਰਿਸ਼ਟ ਦਾ ਮੂਲ ਹੈ ਜੋਤ, ਉਹਦੀ ਜਿਹੜੀ ਹੈ ਸ੍ਰਿਸ਼ਟੀ ਦਾ ਸਾਡੇ ਆਉਣ ਦਾ ਇੱਕ ਮੂਲ ਹੈ। ਤੋ ਜੀਵ ਜਿਹੜਾ ਉਹ ਇਕੱਲਾ ਸਰੀਰ ਨਹੀਂ ਹੈ। ਜੇ ਸਰੀਰ ਹੈ ਤਾਂ ਉਹ ਨਾਸ਼ਵਾਨ ਹੈ। ਜੀਵ ਦੋ ਆਤਮਾ ਦਾ ਅਸੀਂ ਪੁਤਲੇ ਹਾਂ, ਇੱਕ ਸਾਡਾ ਦੋ ਚੀਜ਼ਾਂ ਦੇ, ਇੱਕ ਆਤਮਾ ਦਾ, ਇੱਕ ਸਰੀਰ ਦਾ ਸੰਬੰਧ ਦੋਨਾਂ ਦਾ ਹੈ। ਟਿਕਾ ਆਤਮਾ ਵੀ ਸਰੀਰ ਤੋਂ ਬਿਨਾਂ ਨਹੀਂ ਟਿਕਦੀ ਤੇ ਸਰੀਰ ਦੀ ਹੋਂਦ ਵੀ ਆਤਮਾ ਤੋਂ ਬਿਨਾਂ ਨਹੀਂ ਹੋ ਸਕਦੀ। ਹਾਂ ਇੱਕ ਦਿਸਦੀ ਹੈ, ਇੱਕ ਨਹੀਂ ਦਿਸਦੀ। ਜੋਗੀ ਜੀ ਸਵਾਲ ਕਿਹਦੇ ਬਾਰੇ ਆ ਤੁਹਾਡਾ? ਸਰੀਰ ਬਾਰੇ ਹੈ ਕਿ ਆਤਮਾ ਬਾਰੇ ਹੈ? ਜਿਹੜਾ ਤੁਸੀਂ ਸਵਾਲ ਕੀਤਾ ਸੀ ਕਿੱਥੋਂ ਆਇਆ ਜੀਵ, ਕਿੱਥੇ ਜਾਣਾ ਹੈ? ਕਹਿੰਦੇ ਹੁਣ ਸਵਾਲ ਜਿਹੜਾ ਤੁਹਾਡੇ ਸਾਨੂੰ ਥੋੜੀ ਸਮਝ ਆਉਣੀ ਸ਼ੁਰੂ ਹੋਈ ਵੀ ਸਵਾਲ ਕਿਹਦੇ ਬਾਰੇ ਸੀ। ਜੇ ਸਰੀਰ ਬਾਰੇ ਹੈ ਤੇ ਇਹਦੀ ਕੋਈ ਵੈਲਿਊ ਨਹੀਂ ਸਵਾਲ ਦੀ, ਕਿਉਂਕਿ ਸਰੀਰ ਤੇ ਇੱਥੇ ਤੁਹਾਡੇ ਸਾਹਮਣੇ ਸੜ ਜਾਂਦਾ, ਦੱਬ ਦਿੱਤਾ ਜਾਂਦਾ, ਸਾੜ ਦਿੱਤਾ ਜਾਂਦਾ, ਰੋੜ ਦਿੱਤਾ ਜਾਂਦਾ, ਜੋ ਵੀ ਕਰੋ। ਸਰੀਰ ਤਾਂ ਮਿੱਟੀ ਹੈ, ਇਹਦਾ ਤਾਂ ਤੱਤ ਮਿੱਟੀ ਹੈ ਸਰੀਰ ਦਾ। ਇੱਕ ਇਹਦਾ ਤੱਤ ਹਵਾ ਹੈ, ਸਵਾਸ ਹਵਾ ਚ ਮਿਲ ਜਾਂਦੇ ਆ, ਸਰੀਰ ਮਿੱਟੀ ਚ ਜਾ ਜਾਂਦਾ। ਜੇ ਤਾਂ ਤੁਹਾਡਾ ਸਵਾਲ ਸਰੀਰ ਬਾਰੇ ਤਾਂ ਫਿਰ ਇੱਥੇ ਹੀ ਕੰਮ ਖਤਮ ਹੋ ਜਾਂਦਾ, ਫਿਰ ਤਾਂ ਕੋਈ ਕਹਾਣੀ ਹੈ ਨਹੀਂ ਸੀ। ਨਾ ਤੁਹਾਡੇ ਸਵਾਲ ਦਾ ਕੋਈ ਅੱਗੇ ਤੱਤ ਬਣਦਾ ਹੈ, ਨਾ ਕੋਈ ਇਹਨੂੰ ਸਮਝਾਉਣ ਨੂੰ, ਸਵਾਲ ਨੂੰ ਸਮਝਣ ਦੀ ਲੋੜ ਹੈ। ਹੁਣ ਜਿਹੜਾ ਗੁਰੂ ਪਾਤਸ਼ਾਹ ਜੀ ਨੇ ਗੱਲ ਕੀਤੀ ਹੈ ਵੀ ਜਦੋਂ ਇਹ ਸਰੀਰ ਸਾਡਾ ਦੋ ਹਿੱਸਿਆਂ ਦਾ ਹੈ, ਇੱਕ ਜੀਵ ਆਤਮਾ ਦਾ ਹੈ ਮੇਲ, ਇੱਕ ਇਹ ਸਰੀਰ ਦਾ ਮੇਲ ਹੈ। ਸਰੀਰ ਦਿਸਦਾ ਹੈ, ਹੁਣ ਅਗਲੀ ਗੱਲ ਸਮਝਣ ਦੀ ਲੋੜ ਹੈ, ਪਰ ਜੋਤ ਨਹੀਂ ਦਿਸਦੀ। ਕਦੀ ਜੋਤ ਦੇਖੀ ਕਿਸੇ ਨੇ? ਕਿਸੇ ਨੇ ਇਹਦੇ ਚ ਦੇਖੀ ਜੋਤ? ਪਰ ਜੋਤ ਤੋਂ ਬਿਨਾਂ ਸਰੀਰ ਦੀ ਹੋਂਦ ਨਹੀਂ ਹੈ। ਜੋਤ ਤੋਂ ਬਿਨਾਂ ਸਰੀਰ ਦੀ ਹੋਂਦ ਨਹੀਂ ਹੈ। ਦੀਵੇ ਚ ਤੇਲ ਹੈ ਤੇ ਦੀਵਾ ਬਲਦਾ ਨਾ, ਤੇਲ ਦਾ ਕਰਕੇ ਨੇ ਕਿ ਤੇਲ ਤਾਂ ਫਿਰ ਦਿਸਦਾ ਹੈ, ਪਰ ਜੋਤ ਨਹੀਂ ਦਿਸਦੀ। ਗੁਰੂ ਪਾਤਸ਼ਾਹ ਨੇ ਉਹਨੂੰ ਨਿਰਗੁਣ ਕਿਹਾ, ਮਾਇਆ ਤੋਂ ਵੀ ਰਹਿਤ ਹੈ, ਮਾਇਆ ਦੇ ਤਿੰਨਾਂ ਗੁਣਾਂ ਤੋਂ ਰਹਿਤ ਹੈ, ਜਿਹਦੀ ਜੋਤ ਦੀ ਗੱਲ ਗੁਰੂ ਸਾਹਿਬ ਜੀ ਕਹਿੰਦੇ ਵੀ ਦੇਖੋ ਜੋਤ ਦਿਸਦੀ ਨਹੀਂ, ਸਰੀਰ ਦਿਸਦਾ ਹੈ। ਪਰ ਹੁਣ ਕੋਈ ਡਾਕਟਰ ਵੱਡੇ ਤੋਂ ਵੱਡਾ ਸਰਜਨ ਲੈ ਆਓ, ਵੱਡੇ ਤੋਂ ਵੱਡਾ ਬਹੁਤ ਪੜ੍ਹਿਆ ਲਿਖਿਆ, ਜਿੰਨੀਆਂ ਮਰਜ਼ੀ ਡਿਗਰੀਆਂ ਉਹਦੇ ਕੋਲ ਹੋਣ, ਉਹਨੂੰ ਆ ਕਹੀਏ ਡਾਕਟਰ ਸਾਹਿਬ ਜੀ ਇਹਦਾ ਆਪਰੇਸ਼ਨ ਕਰਕੇ ਇਹਦੇ ਚੋਂ ਜੋਤ ਕੱਢ ਦਿਓ ਸਾਨੂੰ ਸਰੀਰ ਦੇ ਵਿੱਚੋਂ, ਕਦੀ ਉਹ ਕੱਢ ਸਕੇਗਾ? ਕਿਉਂਕਿ ਅੰਦ੍ਰਿਸ਼ਟ ਹੈ, ਦਿਸਦੀ ਨਹੀਂ ਹੈ। ਕੱਢ ਸਕਿਆ? ਕਿਸੇ ਫੋਟੋਗ੍ਰਾਫਰ ਨੂੰ ਕਹੀਏ ਲੈ ਵੀ ਤੂੰ ਸਾਰੇ ਸਕੈਨ ਕਰਦਾ ਜੋਤ ਦੀ ਫੋਟੋ ਲੈ, ਉਹਨੂੰ ਸਕੈਨ ਕਰਕੇ ਲਿਆ, ਅਲਟਰਾਸਾਊਂਡ ਕਰਕੇ ਦੇਖ, ਉਹਨੂੰ MRI ਕਰ ਲੈ, ਕਿਤੇ ਜੋਤ ਆਏਗੀ? ਕਹਿੰਦੇ ਉਹ ਦ੍ਰਿਸ਼ਟ ਅਦ੍ਰਿਸ਼ਟ ਹੈਗੀ ਹੈ, ਨਹੀਂ ਦਿਸਦੀ। ਪਰ ਜੋਤ ਤੋਂ ਬਿਨਾਂ ਸਰੀਰ ਦੀ ਹੋਂਦ ਨਹੀਂ ਹੈ, ਜਿਹੜੀ ਗੱਲ ਸਮਝਣ ਦੀ ਲੋੜ ਹੈ। ਦ੍ਰਿਸ਼ਟ ਅਦ੍ਰਿਸ਼ਟ ਹੈ, ਉਹ ਨਿਰਗੁਣ ਸਰੂਪ ਹੈ ਪਰਮੇਸ਼ਰ ਦਾ, ਜਿਹਨੂੰ ਅਸੀਂ ਜੋਤ ਕਹਿੰਦੇ ਹਾਂ। ਸਰੀਰ ਜਿਹੜਾ ਸਾਡਾ ਸਰਗੁਣ ਸਰੂਪ ਦੇ ਵਿੱਚ ਆਉਂਦਾ ਹੈ,
ਉਹ ਨਿਰਗੁਣ ਸਰੂਪ ਦੇ ਵਿੱਚ ਆਉਂਦਾ ਹੈ। ਜਿਹੜੀ ਪਿਛਲੀ ਪੌੜੀ 'ਚ ਵੀ ਗੱਲ ਨਿਰਗੁਣ ਤੇ ਸਰਗੁਣ ਦੀ ਗੱਲ ਕੀਤੀ ਗੁਰੂ ਪਾਤਸ਼ਾਹ ਜੀ ਨੇ। ਕੱਲ ਆਪਾਂ ਕਿਹਾ ਸੀ ਦੋਨੇ ਪੌੜੀਆਂ ਇਕੱਠੀਆਂ ਕਰਾਂਗੇ, ਪਰ ਕਿਉਂਕਿ ਇਹ ਵੀ ਸਰਗੁਣ ਤੇ ਨਿਰਗੁਣ ਨਾਲ ਰਿਲੇਟਡ ਪੌੜੀ ਸੀ, ਪਰ ਇਹਦੇ 'ਚ ਹੁਣ ਆਪਾਂ ਥੋੜਾ ਹੋਰ ਆਪਾਂ ਸਮਝ ਲਈਏ ਤੇ ਹੋਰ ਗੱਲ ਨੂੰ ਥੋੜੀ ਢੰਗਾਈ ਚੱਲ ਜਾਈਏ। ਦੇਖੋ, ਨਾ ਕੋਈ ਡਾਕਟਰ ਇਸ ਜੋਤ ਨੂੰ ਕੱਢ ਕੇ ਲਿਆ ਸਕਦਾ ਅੰਦਰੋਂ, ਨਾ ਕੋਈ ਫੋਟੋਗ੍ਰਾਫਰ ਇਹਦੀ ਫੋਟੋ ਖਿੱਚ ਕੇ ਲਿਆ ਸਕਦਾ ਹੈ। ਇਹ ਤਾਂ ਨਾਮੁਮਕਿਨ ਜੀ ਬਾਤ ਹੈ। ਹੁਣ ਜੀਵਨ ਦਾ ਮੁੱਢ ਜਿਹੜਾ ਹੈ ਉਹ ਜੀਵ ਆਤਮਾ ਤੋਂ ਬਣਦਾ ਹੈ। ਜੀਵਨ ਦਾ ਮੁੱਢ ਜਿਹੜਾ ਪਰ ਜੀਵ ਆਤਮਾ ਤੋਂ ਬਣਦਾ ਹੈ। ਜੀਵਨ ਦੇ ਜਦੋਂ ਆਉਂਦੀ ਹੈ, ਜਦੋਂ ਪਰਮੇਸ਼ਰ ਰੱਖਦਾ, ਉਦੋਂ ਵੀ ਕਿਸੇ ਨੂੰ ਨਹੀਂ ਦਿਸਦੀ। ਇਵਨ ਜਨਨੀ ਮਾਂ, ਦੇਣ ਵਾਲੀ ਮਾਂ ਵੀ ਨਹੀਂ ਦੇਖ ਸਕਦੀ ਵੀ ਉਹ ਜੋਤ ਕਦੋਂ ਰੱਖ ਦਿੱਤੀ ਉਹਨੇ, ਕਦੋਂ ਤੇ ਸਵਾਸ ਵੱਜਣੇ ਸ਼ੁਰੂ ਹੋਏ, ਉਹ ਵੀ ਨਹੀਂ ਦੇਖ ਸਕਦੀ। ਹਾਂ, ਅੰਦਾਜ਼ਾ ਲੱਗਦੀ ਹੈ ਕਿ ਸਵਾਸ ਚੱਲਦੇ ਨੇ, ਆਵਾਜ਼ ਆਉਂਦੀ ਹੈ, ਹੁੰਦੀ ਹੈ, ਤੇ ਫਿਰ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ। ਜਨਨੀ ਵੀ ਨਹੀਂ ਦੇਖ ਸਕਦੀ, ਜਨਮ ਦੇਣ ਵਾਲੀ ਮਾਂ ਜਿਹੜੀ ਹੈ ਉਹ ਵੀ ਨਹੀਂ ਦੇਖ ਸਕਦੀ ਵੀ ਕਿੱਥੇ ਹੈ ਜੋਤ। ਹੁਣ ਜੋਤ ਜਿਹੜੀ ਹੈ ਆਈ ਕਿੱਥੋਂ, ਗਈ ਕਿੱਥੋਂ? ਹੁਣ ਗੱਲ ਸੁਣ, ਗੱਲ ਸਮਝਣ ਵਾਲੀ ਹੈ। ਜੋਤ ਪਰਮੇਸ਼ਰ ਦੀ ਅੰਸ਼ ਹੈ। ਇੱਥੋਂ ਕਿਹਾ ਗੁਰੂ ਪਾਤਸ਼ਾਹ ਨੇ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ। ਇੱਥੇ ਗੁਰੂ ਸਾਹਿਬ ਜੀ ਨੇ ਸਾਨੂੰ ਗੱਲ ਸਮਝਾ ਦਿੱਤੀ ਵੀ ਜੋਤ ਸਰੂਪ ਹੈ। ਸਰੀਰ ਦੀ ਜਿਹੜੀ ਹੋਂਦ ਹੈ ਜੋਤ ਸਰੂਪ ਵਾਹਿਗੁਰੂ ਤੋਂ ਜਿਹੜੀ ਸ਼ੁਰੂ ਹੋਈ, ਤੇ ਜਦੋਂ ਜੋਤ ਸਰੂਪ ਵਾਹਿਗੁਰੂ ਤੋਂ ਸ਼ੁਰੂ ਹੋਈ ਤੇ ਇਹ ਸਰੀਰ ਜਿਹੜਾ ਸੀ ਬਣਨਾ ਸ਼ੁਰੂ ਹੋ ਗਿਆ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਫਿਰ ਜੋਤ ਜਿਹੜੀ ਹੈ ਉਹ ਸਰੀਰ ਤੌਰ ਤੇ ਰਹਿੰਦੀ ਨਹੀਂ। ਜਦ ਤੱਕ ਹੈ ਸਰੀਰ ਹੈ, ਨਹੀਂ ਹੈ ਤੇ ਸਰੀਰ ਖਤਮ ਹੈ। ਗੁਰੂ ਸਾਹਿਬ ਜੀ ਨੇ ਬਾਰ-ਬਾਰ ਇਹ ਗੱਲ ਕੀਤੀ ਹੈ ਵੀ ਜੋਤ ਜਿਹੜੀ ਹੈ ਕਾਇਆ ਪਲਟ ਲੈਂਦੀ ਹੈ, ਸਰੀਰ ਪਲਟਦੀ ਹੈ। ਜੋਤ ਜਿਹੜੀ ਹੈ ਇੱਕ ਸਰੀਰ ਤੋਂ ਦੂਜੇ ਸਰੀਰ ਚਲੀ ਜਾਂਦੀ ਹੈ। ਇਹ ਗੱਲ ਆਪਾਂ ਨੂੰ ਬਾਣੀ ਨੇ ਵੀ ਸਮਝਾਈ ਹੈ। ਜੋਤ ਉਹਾ ਜੁਗਤ ਸਾਏ, ਆਪਾਂ ਬਹੁਤ ਵਾਰੀ ਪੜਿਆ, ਸਹਿ ਕਾਇਆ ਫਿਰ ਪਲਟਿਆ, ਕਿ ਸਰੀਰ ਬਦਲ ਗਿਆ। ਜਿਹੜਾ ਛਤਰ ਝੁਲਦਾ ਸੀ ਗੁਰੂ ਪਾਤਸ਼ਾਹ ਦੇ ਸਿਰ ਦੇ ਉੱਤੇ, ਉਹ ਦੂਜੇ ਗੁਰੂ ਦੇ ਝੁੱਲਣ ਲੱਗ ਪਿਆ। ਜਿਹੜਾ ਨਰਿੰਜਨੀ ਤਖਤ ਦਾ ਛਤਰ ਝੁਲਦਾ ਸੀ, ਗੁਰੂ ਮਹਾਰਾਜ ਨੇ ਬਾਣੀ ਸੱਤੇ ਬਲਵੰਡ ਜੀ ਨੇ ਇਹ ਗੱਲ ਕਹਿ ਦਿੱਤੀ ਵੀ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟਿਆ। ਸਰੀਰ ਬਦਲ ਗਿਆ ਨਾ, ਪਰ ਜੋਤ ਤਾਂ ਨਹੀਂ ਬਦਲੀ। ਜੋਤ ਤਾਂ ਚਲਦੀ ਰਹੀ। ਉਹ ਜੋਤ ਨਾਸ਼ਵਾਨ ਨਹੀਂ ਸੀ, ਸਰੀਰ ਨਾਸ਼ਵਾਨ ਸੀ। ਗੁਰੂ ਸਾਹਿਬਾਨ ਦੇ ਸਰੀਰ ਨਹੀਂ ਰਹੇ, ਗੁਰੂ ਨਾਨਕ ਸਾਹਿਬ ਦਾ ਸਰੀਰ ਨਹੀਂ ਰਿਹਾ। ਕਰਤਾਰਪੁਰ ਸੰਸਕਾਰ ਕੀਤਾ ਗਿਆ। ਐਵੇਂ ਭੁਲੇਖਾ ਲੱਗ ਗਿਆ ਦੁਨੀਆ ਨੂੰ ਵੀ ਉਹਨਾਂ ਨੂੰ ਅੱਧੀ ਦੱਬ ਦਿੱਤਾ, ਅੱਧਾ ਕਰ ਦਿੱਤਾ। ਐਵੇਂ ਬਹੁਤ ਵੱਡਾ ਭੁਲੇਖਾ ਸਾਡੇ ਦਿਮਾਗ ਦੇ ਵਿੱਚ। ਗੁਰੂ ਪਾਤਸ਼ਾਹ ਦਾ ਸੰਸਕਾਰ ਹੋਇਆ, ਗੁਰੂ ਨਾਨਕ ਦੇਵ ਮਹਾਰਾਜ ਦਾ। ਸਰੀਰ ਗੁਰੂ ਸਾਹਿਬਾਨ ਦੇ ਵੀ ਨਹੀਂ ਰਹੇ। ਵੱਡੇ ਵੱਡੇ ਔਲੀਏ ਪੈਗੰਬਰ ਤੇ ਲੱਖਾਂ ਸਾਲ ਦੀ ਉਮਰ ਕਰਨ ਵਾਲੇ ਸਿੱਧ ਸਾਧਕ, ਉਹਨਾਂ ਦੇ ਵੀ ਨਹੀਂ ਰਹੇ। ਗੁਰੂ ਪਾਤਸ਼ਾਹ ਨੇ ਬਾਣੀ ਅੰਦਰ ਗੱਲ ਕਹੀ ਹੈ, ਇਹ ਸਰੀਰ ਨਾਸ਼ਵਾਨ ਹੈ। ਜੋਗੀ ਜਤੀ ਤਬੀ ਸੰਨਿਆਸੀ ਉਹ ਤੀਰਥ ਭਰਮਣਾ, ਲੁੰਜਤ ਮੁੰਜਤ ਮੌਨ ਜਟਾ ਧਾਰ ਅੰਤ ਮਰਨਾ। ਸਾਰੇ ਸਰੀਰ ਦਾ ਨਾਸ਼ਵਾਨ ਹੈ। ਆਪਾਂ ਵੀ ਗੱਲ ਪੜ੍ਹਦੇ ਹਾਂ, ਜੋ ਆਇਆ ਸੋ ਚਲ ਸੀ, ਸਭ ਕੋ ਆਈ ਵਾਰੀ ਹੈ। ਆਪਾਂ ਆਸਾ ਕੀ ਵਾਰ ਕਿੰਨੀ ਵਾਰੀ ਪੜ੍ਹੀ ਹੈ ਵੀ ਜਿਹੜਾ ਵੀ ਆਉਂਦਾ ਹੈ ਉਹ ਇਸ ਸੰਸਾਰ ਤੋਂ ਚਲਾ ਜਾਂਦਾ। ਗੱਲ ਤਾਂ ਸਾਰੀ ਇਹ ਸੀ ਵੀ ਜਿਸਕੇ ਜੀਵ ਪ੍ਰਾਨ ਹੈ ਕਿਉਂ ਸਾਹਿਬ ਮਨੋਂ ਵਿਸਾਰੀ ਹੈ। ਗੱਲ ਤਾਂ ਸਾਰੀ ਇੰਨੀ ਸਮਝਣ ਦੀ ਲੋੜ ਸੀ। ਪਰ ਸਰੀਰ ਨਾਸ਼ਵਾਨ ਹੈ, ਇਹ ਨਹੀਂ ਰਹੇਗਾ, ਨਾ ਟਿਕੇਗਾ ਨਾ ਰਹੇਗਾ। ਹਾਂ, ਸਰੀਰ ਦੇ ਅੰਦਰ ਦੇ ਵਿੱਚ ਰੱਖੀ ਹੋਈ ਨਿਰਗੁਣ ਸਰੂਪ ਜੋਤ ਜਿਹੜੀ ਹੈ ਉਹ ਨਾ ਸੜਦੀ ਹੈ, ਨਾ ਮਰਦੀ ਹੈ, ਨਾ ਕਰਦੀ ਹੈ। ਉਹ ਸਰੀਰ ਬਦਲਦੀ ਹੈ। ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟਿਆ, ਝੁਲੇ ਸੋ ਸ਼ਤ ਨਿਰੰਜਨੀ ਮਲ ਤਖਤ ਬੈਠਾ ਗੁਰ ਰਟਿਆ। ਗੁਰੂ ਪਾਤਸ਼ਾਹ ਜੀ ਦੇ ਕਹਿੰਦੇ ਕਮਾਲ ਦੀ ਗੱਲ ਹੈ। ਗੁਰੂ ਨਾਨਕ ਸਾਹਿਬ ਦੇ ਉੱਤੇ ਜਿਹੜਾ ਛਤਰ ਝੁਲਦਾ ਸੀ, ਅੱਜ ਲਹਿਣਾ ਸੇਵਕ ਸੀ, ਪਰ ਲਹਿਣੇ ਦੇ ਉੱਤੇ ਹੁਣ ਨਿਰੰਜਨੀ ਤਖਤ ਜਿਹੜਾ ਛਤਰ ਸੀ ਉਹ ਝੁਲਣ ਲੱਗ ਪਿਆ। ਭਾਵ ਜੋਤ ਜਦੋਂ ਗੁਰੂ ਨਾਨਕ ਸਾਹਿਬ ਦੀ ਭਾਈ ਲਹਿਣੇ ਅੰਦਰ ਗਈ, ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਅੱਗੇ ਸਾਰੇ ਨਮਸਕਾਰ ਕੀਤੀ। ਜੋਤ ਦੀ ਵੈਲਿਊ ਸੀ, ਸਰੀਰ ਦੀ ਵੈਲਿਊ ਨਹੀਂ ਸੀ। ਜਦ ਗੁਰੂ ਸਾਹਿਬ ਜੀ ਨੇ ਆਪਣੀ ਜੋਤ ਜਿਹੜੀ ਭਾਈ ਲਹਿਣਾ ਦੇ ਅੰਦਰ ਜੋਤ ਗਈ ਤਾਂ ਉਦੋਂ ਉਹਨਾਂ ਨੂੰ ਗੁਰੂ ਪਾਤਸ਼ਾਹ ਨੇ ਆਪ ਨਮਸਕਾਰ ਕੀਤੀ ਵੀ ਹੁਣ, ਕਿਉਂਕਿ ਗੁਰੂ ਕੌਣ ਸੀ? ਜੋਤ। ਗੁਰੂ ਸਰੀਰ ਨਹੀਂ ਸੀ, ਗੁਰੂ ਜੋਤ ਸੀ ਜਿਹੜੀ ਅੰਦਰ ਟਿਕੀ ਹੋਈ ਸੀ। ਗੁਰੂ ਉਹ ਚੀਜ਼ ਸੀ, ਗਿਆਨ ਦਾ ਸੋਮਾ ਜੋਤ ਸੀ। ਉਹ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਲਹਿਣਾ ਜੀ ਦੇ ਅੰਦਰ ਪ੍ਰਵੇਸ਼ ਕੀਤੀ, ਉਧਰ ਮੱਥਾ ਨਮਸਕਾਰ ਕੀਤੀ। ਕਹਿਣ ਦਾ ਮੇਰਾ ਮਤਲਬ ਇਹ ਹੈ
ਕਿ ਜੋਤ ਜਿਹੜੀ ਹੈ ਉਹ ਨਾਸ਼ ਨਹੀਂ ਹੁੰਦੀ, ਸਰੀਰ ਸੜਦਾ ਹੈ, ਸਰੀਰ ਡੋਬ ਦਿੱਤਾ ਜਾਂਦਾ ਹੈ, ਸਰੀਰ ਨੂੰ ਦੱਬ ਦਿੱਤਾ ਜਾਂਦਾ, ਪਰ ਜੋਤ ਨਾ ਕਦੀ ਸੜਦੀ ਹੈ, ਨਾ ਕਦੀ ਮਰਦੀ ਹੈ, ਨਾ ਹੀ ਕਦੀ ਜੋਤ ਇਸ ਤਰ੍ਹਾਂ ਦੱਬੀ ਜਾ ਸਕਦੀ ਹੈ, ਨਾ ਹੀ ਸਾੜੀ ਜਾ ਸਕਦੀ ਹੈ, ਨਾ ਹੀ ਰੋੜੀ ਜਾ ਸਕਦੀ ਹੈ। ਫਿਰ ਉਹ ਹੈ ਕਿ ਜੋਤ ਅਸਲ 'ਚ ਗੱਲ ਕੀ ਹੈ? ਕਿ ਗੁਰੂ ਪਾਤਸ਼ਾਹ ਨੇ ਰਾਮਕਲੀ ਰਾਗ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਗੱਲ ਕੀਤੀ। ਆਮ ਤੌਰ ਤੇ ਅਸੀਂ ਸ਼ਬਦ ਮ੍ਰਿਤਕ ਵੇਲੇ ਸੁਣਦੇ ਹਾਂ, ਜਦੋਂ ਪੁਰਾਣੀ ਚੜ੍ਹਾਈ ਕਰ ਜਾਂਦਾ, ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ, ਕੌਣ ਮੁਆਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ। ਫਿਰ ਅਗਲੀ ਲਾਈਨ ਕਹਿੰਦੇ, ਅਗਲੀ ਕਿਛ ਖਬਰ ਨਾ ਪਾਈ, ਰੋਵਨ ਹਾਰ ਪੀ ਉੱਠ ਜਾਏ ਉੱਠ ਸਦਾਈ, ਜਿਹੜੇ ਰੋਵਨ ਹਾਰ ਉਹ ਵੀ ਚਲ ਜਾਣਗੇ। ਕਹੋ ਨਾਨਕ ਗੁਰ ਭਰਮ ਚੁਕਾਇਆ, ਅਖੀਰ ਤੇ ਜਾ ਕੇ ਕਹਿੰਦੇ ਪਾਤਸ਼ਾਹ ਜੀ, ਨਾ ਕੋਈ ਮਰੇ ਨਾ ਆਵੇ ਜਾਏ। ਗੱਲ ਜੋਤ ਦੀ ਹੋਈ। ਕਹਿੰਦੇ ਭਾਈ ਅਸਲ 'ਚ ਤਾਂ ਕੋਈ ਜੀਵਾਤਮਾ ਮਰਦੀ ਨਹੀਂ। ਇੱਥੇ ਵੀ ਹੋਈ, ਇਸ ਸ਼ਬਦ ਵਿੱਚ ਗੁਰੂ ਸਾਹਿਬ ਜੀ ਨੇ ਹੋਈ ਸਮਝਾ ਦਿੱਤਾ ਵੀ ਜੀਵਾਤਮਾ ਨਹੀਂ ਮਰਦੀ, ਇਹ ਪੱਕੀ ਗੱਲ ਹੈ। ਜਿਹੜਾ ਕੋਈ ਗੁਰਮੁਖ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ, ਜਿਹੜਾ ਮਤਲਬ ਗੁਰਮੁਖ ਪਰਮਾਤਮਾ, ਕੌਣ ਮੁਆਰੇ ਕੌਣ ਮੁਆ, ਦੱਸੋ ਭਾਈ ਉਹ ਮਰੀ ਕੋਈ ਜੋਤ? ਕਹਿੰਦੇ ਇਹ ਤਾਂ ਵਿਚਾਰ ਕਰਕੇ ਦੇਖ ਲਓ ਤੁਸੀਂ, ਤਾਂ ਵਿਚਾਰ ਦੀ ਗੱਲ ਹੈ। ਇਹ ਤਾਂ ਜੰਮਣ ਮਰਨਾ ਕਹਿੰਦੇ ਤਾਂ ਚਲਤ ਪਿਆ, ਖੇਡ ਬਣੀ ਹੋਈ ਹੈ। ਆਵਨ ਜਾਣੀ ਕਿ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ, ਸਭ ਕੇ ਮਦ ਅਲਪ ਤੋਂ ਰਹੇ। ਜੋ ਕੁਛ ਕਹਿਣਾ ਉਹ ਗੁਰੂ ਪਾਤਸ਼ਾਹ ਜੀ ਨੇ ਆਪ ਗੱਲ ਸਾਨੂੰ ਸਮਝਾ ਦਿੱਤੀ ਹੈ। ਉਹ ਤਾਂ ਆਪਨ ਚਲਤ ਆਪ ਹੀ ਕਰੇ ਹੈ। ਉਹ ਤਾਂ ਆਪਣੇ ਨਜ਼ਾਰੇ, ਆਪਣੇ ਚਲਤ, ਆਪਣੀਆਂ ਖੇਡਾਂ ਵੀ ਆਪ ਖੇਡਦਾ ਪਰਮੇਸ਼ਰ। ਇਹ ਤਾਂ ਖੇਡ ਬਣੀ ਹੋਈ ਹੈ। ਹਾਂ, ਜਦੋਂ ਅਸੀਂ ਸਮਝਦੇ ਹਾਂ ਕਿ ਪ੍ਰਾਣੀ ਮਰ ਗਿਆ, ਅਸਲ 'ਚ ਪ੍ਰਾਣੀ ਸਰੀਰ ਮਰਿਆ, ਸਰੀਰ ਖਤਮ ਹੋਇਆ। ਹੁਣ ਕਹਿੰਦੇ ਨੇ ਪਵਨੇ ਮੈਂ ਪਵਨ ਸਮਾਇਆ, ਪੰਜਾਂ ਤੱਤਾਂ 'ਚ ਇੱਕ ਤੱਤ ਸੀ ਸਾਡਾ ਹਵਾ ਦਾ, ਸਵਾਸ ਸਾਡੇ ਹਵਾ ਸੀ, ਉਹ ਹਵਾ ਦੇ ਵਿੱਚ ਸਮਾ ਗਏ, ਉਹ ਤੱਤ ਉਧਰ ਚਲਾ ਗਿਆ, ਕਿਉਂਕਿ ਸਰੀਰ ਪੰਜਾਂ ਤੱਤਾਂ ਦਾ ਬਣਿਆ ਹੋਇਆ ਸੀ। ਫਿਰ ਜਿਹੜੀ ਮਿੱਟੀ ਸੀ ਸਾਡਾ ਸਰੀਰ, ਜਿਹਨੂੰ ਅਸੀਂ ਧਰਤੀ ਕਹਿੰਦੇ ਹਾਂ, ਪੰਜ ਤੱਤਾਂ ਦੇ ਇੱਕ ਧਰਤੀ ਹੈ, ਉਹ ਸਰੀਰ ਜਿਹੜਾ ਸੀ ਆਪਣੀ ਧਰਤੀ ਦੇ ਵਿੱਚ ਜਾ ਸਮਾਇਆ। ਸਵਾਸ ਹਵਾ ਵਿੱਚ ਚਲੇ ਗਏ, ਸਾਡੀ ਬੋਡੀ ਜਿਹੜੀ ਸੀ ਉਹ ਸੜ ਦਿੱਤੀ ਗਈ ਜਾਂ ਮਿੱਟੀ 'ਚ ਦੱਬ ਦਿੱਤੀ ਗਈ। ਇਹ ਉਹਦੇ ਨਾਲ ਜੀਵ ਆਤਮਾ ਜਿਹੜਾ ਜੋਤੀ ਹੈ, ਜੋਤੀ 'ਚ ਚਲੀ ਜਾਂਦੀ। ਉਹ ਤਾਂ ਨਹੀਂ ਖਤਮ ਹੋਈ, ਉਹ ਤਾਂ ਨਾਸ਼ ਹੀ ਨਹੀਂ ਹੋਈ, ਉਹ ਤਾਂ ਮਰਦੀ ਵੀ ਨਹੀਂ, ਉਹ ਜੰਮਦੀ ਵੀ ਨਹੀਂ ਸੀ, ਉਹ ਤਾਂ ਰੱਖੀ ਜਾਂਦੀ। ਪਰਮੇਸ਼ਰ ਉਹਦਾ ਕਾਇਆ ਬਦਲਦਾ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਦੇਖੋ, ਉਹ ਨਹੀਂ ਕਿਤੇ ਜਾਂਦੀ, ਉਹਨੂੰ ਤੁਸੀਂ ਜਨਮ ਮਰਨ 'ਚ ਆਉਂਦੀ ਹੀ ਨਹੀਂ ਹੈ। ਉਹ ਤਾਂ ਪਰਮੇਸ਼ਰ ਦੇ ਹੱਥ ਉਹਦੀ ਜੋਤ ਹੈ, ਜਿੱਥੇ ਚਾਹੇ ਉੱਥੇ ਟਿਕਾ ਲੈਂਦਾ। ਕਹਿੰਦੇ ਰੋਵਣ ਵਾਲੇ ਸਾਰੇ ਭੁਲੇਖੇ ਵਿੱਚ ਹੈ। ਤੇ ਗੁਰੂ ਸਾਹਿਬ ਜੀ ਨੇ ਅਖੀਰ ਤੇ ਜਾ ਕੇ ਜੇ ਸ਼ਬਦ ਦੀ ਗੱਲ ਕੀਤੀ ਹੈ, ਬਈ ਜਿਹੜੀ ਜੀਵ ਆਤਮਾ ਨੂੰ ਤੁਸੀਂ ਜਿਹੋ ਜਿਹਾ ਸਮਝ ਰਹੇ ਹੋ ਉਹੋ ਜਿਹੀ ਹੈ ਨਹੀਂ। ਜਿਹੜਾ ਸ਼ਬਦ ਆਪਾਂ ਪੜਿਆ ਨਾ, ਕਹੋ ਨਾਨਕ ਗੁਰ ਭਰਮ ਚੁਕਾਇਆ, ਅਖੀਰ ਤੇ ਜਾ ਕੇ ਗੱਲ ਕੀਤੀ, ਨਾ ਕੋਈ ਮਰੇ ਨਾ ਆਵੇ ਚਾਇਆ। ਕਹਿੰਦੇ ਜੀਵ ਆਤਮਾ ਨੂੰ ਜੋ ਤੁਸੀਂ ਸਮਝਦੇ ਹੋ ਜੀਵ ਆਤਮਾ ਹੈ ਨਹੀਂ। ਮਨੁੱਖ ਤੋਂ ਕੁਰਬਾਨ ਹੈ ਜਿਹੜਾ ਅਸਲੀਅਤ ਨੂੰ ਸਮਝ ਲਵੇ। ਕਹਿੰਦੇ ਮੈਂ ਉਹ ਤੋਂ ਸਦਕਿਆ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਮੈਂ ਉਸ ਮਨੁੱਖ ਤੋਂ ਸਦਕਿਆ ਜਿਹੜਾ ਇਹਦੀ ਅਸਲੀਅਤ ਨੂੰ ਸਮਝ ਲੈਂਦਾ। ਵੀ ਗੁਰੂ ਪਾਤਸ਼ਾਹ ਕਹਿੰਦੇ ਵੀ ਗੁਰੂ ਨੇ ਜਿਸ ਦਾ ਭੁਲੇਖਾ ਦੂਰ ਕਰ ਦਿੱਤਾ, ਉਹ ਜਨਮ ਮਰਨ ਦੇ ਗੇੜ 'ਚ ਹੀ ਨਹੀਂ ਪੈਂਦਾ, ਮੁੜ ਮੁੜ ਜੰਮਦਾ ਮਰਦਾ ਨਹੀਂ ਹੈ। ਫਿਰ ਪਰਮੇਸ਼ਰ ਉਹਦੀ ਜੋਤ ਨੂੰ ਆਪਣੇ ਅੰਦਰ ਟਿਕਾ ਲੈਂਦਾ ਹੈ। ਜੇ ਉਹਦੀ ਸੀ ਸਾਹ ਉਹਦੇ ਚਲੀ ਗਈ, ਉਹਨੇ ਨਹੀਂ ਉਹਦਾ ਸਰੀਰ ਬਦਲਿਆ, ਨਹੀਂ ਕਾਇਆ ਬਦਲੀ, ਜੋ ਸਥਿਰ ਹੋ ਗਈ, ਜਿੱਥੋਂ ਨਿਰਗੁਣ ਤੋਂ ਆਈ ਸੀ ਨਿਰਗੁਣ ਨੂੰ ਚਲੀ ਗਈ। ਕਹਿਣ ਦਾ ਮਤਲਬ ਇਹ ਹੈ ਵੀ ਗੁਰੂ ਪਾਤਸ਼ਾਹ ਜੀ ਨੇ ਜਿਹੜੀ ਸਾਨੂੰ ਗੱਲ ਸਮਝਾਈ ਹੈ ਵੀ ਸੜਨਾ ਸਰੀਰ ਨੇ ਹੈ, ਦਿਸਦੇ ਪਸਾਰੇ ਨੇ ਹੈ। ਦ੍ਰਿਸ਼ਟ ਜਿਹੜੀ ਹੈ, ਦ੍ਰਿਸ਼ਟ ਮਾਨ ਸਾਹਿਬ ਬਿਨਸੇ ਵਾਲੇ ਹੈ, ਪਰ ਜੋਤ ਨਹੀਂ। ਜੋਤ ਦੀ ਪਦਾਇਸ਼ ਜਿਹੜੀ ਹੈ ਇਹ, ਪਰ ਇੱਕ ਗੱਲ ਖਿਆਲ ਇੱਥੇ ਵੀ ਰੱਖਣ ਵਾਲੀ ਹੈ ਵੀ ਜੇ ਦੋਨੇ ਨਾ ਮਿਲਣ ਤਾਂ ਸਰੀਰ ਨਹੀਂ ਬਣਦਾ। ਫਿਰ ਬੰਦੇ ਦਾ ਸਰੀਰ ਨਹੀਂ ਬਣਦਾ। ਫਿਰ ਕਹਿੰਦੇ ਜੀ ਖਤਮ ਹੋ ਗਿਆ, ਮਿਸਕੈਰੇਜ ਹੋ ਗਿਆ, ਕਿਉਂਕਿ ਜੋਤ ਨਹੀਂ ਰੱਖੀ ਗਈ, ਜੋਤ ਮਿਲੀ ਨਹੀਂ ਉਹਦੇ ਵਿੱਚ। ਇਹੋ ਹੀ ਆਪਾਂ ਕਹਿੰਦੇ ਆ ਨਾ, ਡਾਕਟਰ ਦੀ ਭਾਸ਼ਾ 'ਚ ਆਪਾਂ ਇਹ ਕਹਿੰਦੇ ਆ, ਲੋ ਜੀ ਗੁਰੂ ਸਾਹਿਬ ਨੇ ਇਹ ਵੀ ਗੱਲ ਕਹੀ ਹੈ ਕਿ ਕੇਤੇ ਗਰਭ ਗਲੇ ਹੈ, ਇੱਕ ਨਹੀਂ ਕਰੋੜਾਂ ਏਦਾਂ ਨੇ ਜਿਨ੍ਹਾਂ ਤੇ ਜੋਤ ਨਹੀਂ ਰੱਖਦਾ, ਉਹ ਗਲ ਜਾਂਦੇ ਨੇ, ਉਹ ਖਤਮ ਹੋ ਜਾਂਦੇ ਨੇ, ਜਨਮ ਲੈ ਹੀ ਨਹੀਂ ਸਕਦੇ। ਇਹ ਤਾਂ ਮਾਲਕ ਨੇ ਆਪਣੀ ਜੋਤ ਨਹੀਂ ਚੁਕਾਈ, ਨਿਰਗੁਣ ਸਰੂਪ ਉਹਦੇ 'ਚ ਪ੍ਰਵੇਸ਼ ਨਹੀਂ ਕੀਤਾ, ਇਸ ਕਰਕੇ ਉਹ ਨਹੀਂ, ਉਹਦਾ ਅੱਗੇ ਡਿਵੈਲਪਮੈਂਟ ਵਿਕਾਸ ਨਹੀਂ ਹੋਇਆ। ਤੇ ਸਰੀਰ ਜਿਹੜਾ ਹੈ ਉਹ ਦੋਨੇ ਮਿਲਣਗੇ ਤਾਂ ਸਰੀਰ ਦੀ ਹੋਂਦ ਹੋਏਗੀ, ਸਰੀਰ ਬਣੇਗਾ।
जब तक ये शरीर की होंद नहीं बननी, जब तक असी इस भुलेखे च रह गए भी साडे जोत होर है तो वक्री है, जो उन्हें वक्री करती उन्हें रख दी, जो नहीं रखी है डॉक्टरी लिहाज ਦੇ ਨਾਲ ਵੀ ਆਪਾਂ ਗੱਲ ਮੰਨਣ ਨੂੰ ਤਿਆਰ ਹਾਂ। ਹਾਲੇ ਇਹ ਵੀ ਨਹੀਂ ਸਮਝ ਸਕੇ ਵੀ ਉਹ ਰੱਖਦਾ ਕਦੋਂ ਹੈ, ਇਹ ਗੱਲ ਉਹਨਾਂ ਨੂੰ ਵੀ ਸਮਝ ਵਿੱਚ ਨਹੀਂ ਆਈ। ਵੱਡੇ ਵੱਡੇ ਡਾਕਟਰਾਂ ਨੂੰ ਪੁੱਛ ਕੇ ਦੇਖ ਲਓ, ਬਸ ਉਹੀ ਕਹਿਣਗੇ ਬਸ ਜੀ ਹੁਣ ਹੋ ਗਿਆ ਜੀ, ਅੱਗੇ ਡਿਵੈਲਪਮੈਂਟ ਸ਼ੁਰੂ ਹੋ ਗਈ ਜੀ, ਵਿਕਾਸ ਸ਼ੁਰੂ ਹੋ ਗਿਆ। ਕਿਵੇਂ ਹੋਇਆ ਇਸ ਗੱਲ ਦਾ ਉਹਨਾਂ ਨੂੰ ਨਹੀਂ ਪਤਾ, ਤੇ ਕਰਤੇ ਨੂੰ ਪਤਾ ਹੈ ਵੀ ਉਸ ਕਰਤੇ ਨੇ, ਮਾਲਕ ਨੇ ਆਪਣੀ ਜੋਤ ਉਹਦੇ ਵਿੱਚ ਹੁਣ ਰੱਖ ਦਿੱਤੀ ਹੈ। ਜਦੋਂ ਜੋਤ ਰੱਖ ਦਿੱਤੀ ਉਦੋਂ ਵਿਕਾਸ ਸ਼ੁਰੂ ਹੋਇਆ। ਹੁਣ ਦੂਜੀ ਗੱਲ ਇਹ ਹੈ ਵੀ ਜੋਤ ਦੀ ਜਿਹੜੀ ਪੈਦਾਇਸ਼ ਹੈ ਨਾ ਉਹ ਸੱਚ ਤੋਂ ਹੈ। ਜੋਤ ਦੀ ਪੈਦਾਇਸ਼ ਜਿਹੜੀ ਸੱਚ ਤੋਂ ਹੈ। ਸਰੀਰ ਜਿਹੜਾ ਝੂਠਾ ਹੈ ਤੇ ਜੋਤ ਜਿਹੜਾ ਹੈ ਉਹ ਸੱਚੇ ਦੀ, ਉਹਦੀ ਪੈਦਾਇਸ਼ ਵੀ ਸੱਚੇ ਤੋਂ ਹੈ। ਭਾਵ ਜੋਤ ਦੀ ਬੰਤਰ ਸੱਚੇ ਤੋਂ ਹੁੰਦੀ ਹੈ, ਇਹ ਝੂਠ ਤੋਂ ਨਹੀਂ ਹੁੰਦੀ। ਜੋਤ ਰੱਬੀ ਨੂਰ ਹੈ, ਜੋਤ ਰੱਬੀ ਪ੍ਰਕਾਸ਼ ਹੈ। ਰੱਬੀ ਨੂਰ, ਰੱਬੀ ਪ੍ਰਕਾਸ਼, ਰੱਬ ਦਾ ਹਿੱਸਾ ਕਦੀ ਖਤਮ ਨਹੀਂ ਹੁੰਦਾ। ਰੱਬ ਖਤਮ ਨਹੀਂ ਹੁੰਦਾ, ਰੱਬ ਦੀ ਜੋਤ ਵੀ ਕਦੀ ਮਰਦੀ ਨਹੀਂ, ਖਤਮ ਨਹੀਂ ਹੁੰਦੀ। ਗੱਲ ਖਿਆਲ ਕਰਨਾ। ਹਾਂ, ਜੋਤੀ ਜੋਤੀ ਸਮਾ ਜਾਏਗੀ, लेकिन जोत खत्म नहीं होएगी, मरेगी नहीं, क्योंकि जन्म मरण तो रहत है नारायण। जे नारायण जन्म मरण तो रहत है ते फिर ओदी जोत भी जन्म मरण तो रहत है। वो जिथे चाहे अपने हिस्से नूं टिका देवे, लेकिन जमदी ते मरदी नहीं है, टिकाउंदा है परमेश्वर, वापस लै जांदा। जन्म दा मौत दा कोई संबंध नहीं है। शरीर ने जमना, शरीर ने मरना, काम शरीर दा है, जोत दा तां काम ही नहीं। तो जोगी जी सवाल किहदे बारे सी? जोत बारे सी, इहदे बारे सी। ਹੁਣ ਗੁਰੂ ਪਾਤਸ਼ਾਹ ਜੀ ਨੇ ਜਿਹੜੀ ਗੱਲ ਕੀਤੀ ਵੀ ਜੋਤ ਦਾ ਰੱਬੀ ਪ੍ਰਕਾਸ਼ ਹੈ, ਰੱਬੀ ਨੂਰ ਹੈ ਜੋਤ, ਜਿਹੜੀ ਹੋਰ ਕੁਝ ਨਹੀਂ। ਤੇ ਇਹ ਸਰੀਰ ਜਿਹੜਾ ਹੈ ਉਹ ਜੋਤ ਦੇ ਆਉਣ ਦੇ ਨਾਲ ਇਹਦਾ ਵਿਕਾਸ ਸ਼ੁਰੂ ਹੁੰਦਾ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਜਿਹੜੀ ਸਰੀਰ ਦੀ ਪੈਦਾਇਸ਼ ਹੈ ਇਹ ਮਾਤਾ ਪਿਤਾ ਤੋਂ ਹੁੰਦੀ ਹੈ। ਹੁਣ ਅਗਲੀ ਗੱਲ ਹੋਰ ਸਮਝਾ ਦਿੱਤੀ ਵੀ ਸਰੀਰ ਦੀ ਪੈਦਾਇਸ਼ ਮਾਤਾ ਪਿਤਾ ਤੋਂ। ਮਾਤਾ ਪਿਤਾ ਬਿਨਸਨਹਾਰ ਨੇ, ਮਾਤਾ ਪਿਤਾ ਨਾਸ਼ਵਾਨ ਨੇ। ਜੇ ਮਾਤਾ ਪਿਤਾ ਨਾਸ਼ਵਾਨ ਨੇ, ਉਹਨਾਂ ਤੋਂ ਪੈਦਾਇਸ਼ ਹੋਣ ਵਾਲੀ ਚੀਜ਼ ਵੀ ਜਿਹੜੀ ਸਰੀਰ ਹੈ ਉਹ ਨਾਸ਼ਵਾਨ ਹੈ, ਕਿਉਂਕਿ ਦੋਨਾਂ ਦਾ ਮਿਲਾਪ ਹੋਇਆ ਫਿਰ ਸਰੀਰ ਦੀ ਬੰਤਰ ਸ਼ੁਰੂ ਹੋਣੀ ਹੈ। ਪਰ ਵਿਕਾਸ ਨਹੀਂ ਹੋਣਾ ਜਦ ਤੱਕ ਕਰਤੇ ਨੇ ਆਪਣੀ ਇਹ ਜੋਤ ਨਹੀਂ ਰੱਖਣੀ। ਜੋਤ ਵਿਕਾਸ ਉਦੋਂ ਹੀ ਸ਼ੁਰੂ ਹੁੰਦਾ ਜਦੋਂ ਜੋਤ ਰੱਖੀ ਜਾਂਦੀ ਹੈ। ਤੇ ਸਰੀਰ ਕਿਹਦਾ ਹਿੱਸਾ? ਕਿਤੇ ਮਾਤਾ ਪਿਤਾ ਦੇ ਮਿਲਾਪ ਦੇ ਨਾਲ ਬਣਿਆ। ਇਹਨੂੰ ਦੂਈ ਕੁਦਰਤ ਕਿਹਾ ਗੁਰੂ ਪਾਤਸ਼ਾਹ ਜੀ ਨੇ, ਦੂਜੀ ਕੁਦਰਤ ਦੀ ਗੱਲ ਕੀਤੀ ਹੈ। ਹੁਣ ਗੁਰੂ ਸਾਹਿਬ ਜੀ ਇੱਥੇ ਕਹਿੰਦੇ ਨੇ ਵੀ ਸਰੀਰ ਤਾਂ ਫਿਰ ਤਾਂ ਹੀ ਤੇ ਥਿਰ ਨਹੀਂ ਰਹਿੰਦਾ, ਕਿਉਂਕਿ ਜਨਮ ਦੇਣ ਵਾਲਾ ਥਿਰ ਨਹੀਂ ਰਹਿੰਦਾ ਸਰੀਰ ਨੂੰ। ਸਰੀਰ ਜਿਹੜਾ ਆਉਂਦਾ, ਸਰੀਰ ਜਾਂਦਾ ਹੈ। ਜੋਤ ਜਿਹੜੀ ਹੈ ਉਹ ਨਾ ਆਉਂਦੀ ਹੈ ਨਾ ਜਾਂਦੀ ਹੈ। ਸਰੀਰ ਝੂਠ ਤੋਂ ਪੈਦਾ ਹੋਇਆ ਹੈ ਤੇ ਜੋਤ ਸੱਚ ਤੋਂ ਪੈਦਾ ਹੋਈ ਹੈ। ਰੱਬੀ ਪ੍ਰਕਾਸ਼ ਹੈ ਜੋਤ, ਸਰੀਰ ਝੂਠ ਤੋਂ ਪੈਦਾ ਹੋਇਆ। ਸਰੀਰ ਬਿਨਸਨਹਾਰ ਹੈ, ਝੂਠ ਬਿਨਸਨਹਾਰ ਹੈ, ਇਸ ਕਰਕੇ ਇਹ ਸਰੀਰ ਵੀ ਬਿਨਸਨਹਾਰ ਹੈ। ਬਾਬਾ ਫਰੀਦ ਜੀ ਨੇ ਵੀ ਇਹ ਗੱਲ ਸਮਝਾਈ, ਕਹਿੰਦੇ ਜਰਾ ਝਾਤ ਮਾਰ ਕੇ ਦੇਖ, ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ, ਜਿੱਥੋਂ ਤੇਰਾ ਸਰੀਰ ਬਣਿਆ, ਫਰੀਦਾ ਕਿੱਥੇ ਟੈਂਡੇ ਮਾਪਿਆਂ ਜਿਨੀ ਤੂੰ ਜਣੇ ਹੋਏ ਹੈਗੇ ਤੇਰੇ ਕੋਲ ਅੱਜ, ਤੈ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪਤੀਨੇ ਹੋਏ, ਤੇ ਤੇਰੇ ਕੋਲੋਂ ਚਲੇ ਗਏ, ਤੈਨੂੰ ਅਜੇ ਵੀ ਸਮਝ ਨਹੀਂ ਆਈ ਵੀ ਨਾਸ਼ਵਾਨ ਸਰੀਰ ਹੈ, ਸਰੀਰ ਨਾਸ਼ਵਾਨ ਹੈ, ਇਹ ਦੰਤਰ ਨਾਸ਼ਵਾਨ ਹੈ। ਕਹਿੰਦੇ ਇਹ ਨਾਸ਼ਵਾਨ ਹੈ, ਝੂਠ ਹੈ, ਬਿਨਸਨਹਾਰ ਹੈ। ਜਿਹੜੀ ਜੋਤ ਸੱਚ ਤੋਂ ਪੈਦਾ ਹੋਈ ਹੈ, ਜੋਤ ਦਾ ਜਨਮ ਸੱਚ ਤੋਂ ਹੋਇਆ ਹੈ, ਉਹ ਨਾ ਮਰਦੀ ਹੈ, ਕੇਵਲ ਬਦਲਦੀ ਹੈ, ਰੂਪ ਬਦਲਦੀ ਹੈ, ਸਰੀਰ ਬਦਲ ਲੈਂਦੀ ਹੈ, ਇੱਕ ਤੋਂ ਦੂਜੇ 'ਚ ਚਲੀ ਜਾ ਸਕਦੀ ਹੈ। ਪਰ ਹੈ ਕੀ? ਗੁਰੂ ਸਾਹਿਬ ਨੇ ਸੁਖਮਣੀ ਦੀ ਬਾਣੀ 'ਚ ਵੀ ਗੱਲ ਸਮਝਾਈ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਜੇ ਉਹਨੇ ਆਪਣੇ 'ਚ ਟਿਕਾ ਲਈ ਤੇ ਆਵਾਗਮਨ ਮੁੱਕ ਗਿਆ, ਜੇ ਉਹਨੇ ਦੂਜੇ 'ਚ ਰੱਖ ਦਿੱਤੀ ਤੇ ਮਨੁੱਖ ਜਿਹੜਾ ਦੂਜੇ ਚਲਾ ਗਿਆ। ਜੋਤ ਆਵਾਗਮਨ 'ਚ ਨਹੀਂ ਪੈਂਦੀ, ਇਹ ਪਰਮੇਸ਼ਰ ਦਾ ਇੱਕ ਹਿੱਸਾ ਹੈ, ਉਹਦੀ ਮਰਜ਼ੀ ਦੇ ਉੱਤੇ ਡਿਪੈਂਡ ਕਰਦਾ ਹੈ। ਤੇ ਗੁਰੂ ਸਾਹਿਬ ਜੀ ਨੇ ਗੱਲ ਕੀਤੀ, ਜੋਤ ਸੱਚ ਤੋਂ ਆਈ, ਜੋਤ ਸੱਚ ਵਿੱਚ ਵਾਪਸ ਚਲੀ ਗਈ। ਜਿਸ ਤਰ੍ਹਾਂ ਸੂਰਜ ਕਿਰਨ ਮਿਲਿਆ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਦੋਂ ਉਹਦੇ 'ਚ ਮਿਲ ਗਈ, ਦੁਬਾਰਾ ਉਹਨੇ ਅੱਗੇ ਨਹੀਂ ਭੇਜੀ। ਉਸ ਤੋਂ ਬਾਅਦ ਇਹਦਾ ਮਤਲਬ ਇਹ ਹੈ ਵੀ ਜਿਹੜਾ ਕਾਰਜ ਉਹਦਾ ਸੰਸਾਰ ਤੇ ਆਉਣ ਵਾਲਾ ਸੀ ਉਹ ਪੂਰਾ ਹੋ ਗਿਆ। ਜਿਵੇਂ ਬਰਫ਼ ਦਾ ਤੋਦਾ, ਵੱਡਾ ਸਾਰਾ ਬਰਫ਼ ਦਾ ਤੋਦਾ ਬਣਿਆ ਹੁੰਦਾ, ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਉਹ ਫਿਰ ਪਾਣੀ ਬਣ ਜਾਂਦਾ। ਉਹਦਾ ਮੂਲ ਤਾਂ ਪਾਣੀ ਸੀ ਨਾ, ਬਰਫ਼ ਦਾ, ਪਾਣੀ ਤੋਂ ਬਰਫ਼ ਜੰਮੀ, ਤੇ ਜਦੋਂ ਸੂਰਜ ਦੀਆਂ ਕਿਰਨਾਂ ਉੱਤੇ ਪੈਂਦੀਆਂ, ਉਹਦੀ ਗਰਮੀ ਦੇ ਨਾਲ ਪਿਘਲਦਾ, ਉਹ ਪਾਣੀ ਦਾ ਰੂਪ ਬਣ ਜਾਂਦਾ। ਜੋਤ ਆਪਣੇ ਮੂਲ ਵਿੱਚ ਏਦਾਂ ਹੀ ਜਾ ਕੇ ਸਮਾ ਜਾਂਦੀ ਹੈ।
मूल ਇਹਦਾ ਜੋਤ ਦਾ ਪਰਮੇਸ਼ਰ ਹੈ, ਪਰਮ ਆਤਮਾ ਹੈ। ਜੋਤ ਦਾ ਜਿਹੜਾ ਮੂਲ ਹੈ ਉਹ ਹੈ, ਤੇ ਜੋਤ ਰੱਖਣ ਵਾਲਾ ਵੀ ਉਹ ਹੈ। ਜੋਤ ਜਾਂਦੀ ਵੀ ਉਹਦੇ ਕੋਲ ਹੈ, ਉਹਦੇ ਪਾਉਂਦਾ ਜਿਵੇਂ ਉਹ ਕਰਦਾ। ਸੱਚ ਤੋਂ ਆਈ ਜੋਤ ਸੱਚ ਤੇ ਚਲੀ ਗਈ। ਜੋਤ ਮਰਦੀ ਨਹੀਂ, ਜੋਤ ਆਪਣੇ ਅਸਲੇ 'ਚ ਸਮਾਉਂਦੀ ਹੈ, ਤੇ ਉਹਨੂੰ ਸੱਚ ਸਮਾਉਣ ਲਈ ਫਿਰ ਜੋਤ ਨੂੰ ਨਿਰਮਲ ਰਹਿਣਾ ਪੈਂਦਾ ਹੈ। ਇਹ ਸੰਸਾਰ ਦੇ ਫਿਰ ਤਾਂ ਹੀ ਕਹਿੰਦੇ ਵੀ ਆਹ ਕੰਮ ਕਰ, ਇਹ ਕੰਮ ਨਾ ਕਰ। ਉਹ ਫਿਰ ਸਰੀਰ ਨੂੰ ਇਹ ਆਗਿਆ ਮਿਲਦੀ ਹੈ ਵੀ ਆਹ ਕੰਮਾਂ ਨਾਲ ਜੋਤ ਜਿਹੜੀ ਹੈ ਪਵਿੱਤਰ ਹੈ, ਜਿਹੜੀ ਪਰਮੇਸ਼ਰ 'ਚ ਜਾ ਕੇ ਸਮਾ ਜਾਏਗੀ। ਉਹਨੂੰ ਮੈਲ ਨਹੀਂ ਲੱਗਦੀ, ਨਾ ਜੋਤ ਮੈਲੀ ਹੁੰਦੀ ਹੈ। ਲੇਕਿਨ ਇਨਸਾਨ ਦੇ ਕਰਮ ਜਿਹੜੇ ਹਨ ਉਹ ਇਨਸਾਨ ਦੇ ਸਰੀਰ ਨੂੰ ਲੈ ਕੇ ਤੁਰੇ ਫਿਰਦੇ ਹਨ। ਉਸ ਤੁਰੇ ਇਹਨਾਂ ਦੇ ਸਰੀਰ ਬਣਦਾ ਚਲਾ ਜਾਂਦਾ, ਸਰੀਰ ਬਣਦਾ ਚਲਾ ਜਾਂਦਾ। ਗੱਲ ਇਹ ਹੈ ਸਾਰੀ ਗੱਲ ਸਮਝਣ ਵਾਲੀ ਵੀ ਜਿਹੜਾ ਇਹ ਤਾਂ ਸਾਚੇ ਸੂਚੇ ਏਕ ਭਿਆ ਦੀ ਕਹਾਣੀ ਹੈ ਸਾਰੀ ਜੋਗੀ ਜੀ। ਇਹ ਤਾਂ ਸੱਚੇ ਨਾਲ ਜਾ ਕੇ ਸਮਾ ਜਾਂਦੀ ਹੈ। ਹੁਣ ਸਰੀਰ ਦੀ ਗੱਲ ਕਹਿੰਦੇ ਨੇ ਗੁਰੂ ਪਾਤਸ਼ਾਹ ਵੀ ਕਿਉਂ ਸਰੀਰ ਕਹਿੰਦੇ ਝੂਠਾ ਹੈ, ਬਿਨਸਨਹਾਰ ਹੈ, ਨਾਸ਼ਵਾਨ ਹੈ, ਇਹਨੂੰ ਪੱਕਾ ਟਿਕਾਣਾ ਮਿਲਦਾ ਨਹੀਂ। ਕਿਉਂਕਿ ਇਹ ਕਿਸੇ ਰੂਪ ਵਿੱਚ ਆਉਂਦਾ, ਕਦੀ ਕਿਸੇ ਰੂਪ ਵਿੱਚ ਆਉਂਦਾ, ਕਦੀ ਕਿਤੇ ਜਨਮ ਲੈਂਦਾ, ਕਦੀ ਕਿਤੇ ਨਾ। ਇਹ ਤਾਂ ਖਤਮ ਹੋ ਜਾਂਦਾ। ਆਵਾਗਮਨ ਦਾ ਸਰੀਰ ਦਾ ਬਣਦਾ, ਜੋਤ ਦਾ ਨਹੀਂ ਬਣਦਾ। ਜੋਤ ਤਾਂ ਪਰਮੇਸ਼ਰ ਟਿਕਾਉਂਦਾ ਹੈ, तो किसी अपनी जोत है जिथे उन्हें टिकाई उत्थे आ जाती। तो गल सारी इत्थे मुकदी है जी। दुख की गल यह है कि असी नाशवान चीज नूं असल समझ बैठे हाँ, ते असल नूं असी समझण दी कोशिश नहीं की, जिस करके साडे अंदर गुंझल पैदा हुई। सानू जोत ते शरीर दे भले सानू संबंध दा पता नहीं लगा। जोत ते शरीर दा संबंध जदों पता लग गया, फिर ये साडी कहानी सानू अपने आप ही समझ आ जाएगी। ਜਿਹੜੇ ਸਰੀਰ ਨੂੰ ਹੀ ਜੋਤ ਸਮਝ ਲੈਂਦੇ ਨੇ ਉਹ ਫਿਰ ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ, ਉਸ ਇਸ ਸਾਗਰ ਦਾ ਆ ਕੇ ਡੁੱਬ ਜਾਂਦੇ ਨੇ। ਹੁਣ ਗੁਰੂ ਸਾਹਿਬ ਜੀ ਨੇ ਗੱਲ ਕੀਤੀ, ਲਓ ਜੀ ਹੁਣ ਸਾਨੂੰ ਸਮਝ ਆਏਗੀ ਇਹ ਸਾਰੀ ਪੌੜੀ ਦੀ ਵੀ ਸੱਚ ਕੀ ਹੈ, ਜੋਤ ਕਿੱਥੇ ਜਾਂਦੀ ਹੈ, ਕਿੱਥੇ ਆਉਂਦੀ ਹੈ। ਇੱਥੇ ਗੱਲ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਅੱਗੇ ਸਵਾਲ ਰੱਖਤਾ ਵੀ ਤੁਹਾਨੂੰ ਇਹ ਨਹੀਂ ਪਤਾ ਸਰੀਰ ਦੀ ਗੱਲ ਕਰਨੀ ਹੈ ਕਿ ਜੋਤ ਦੀ ਗੱਲ ਕਰਨੀ ਹੈ। ਜੇ ਤੁਹਾਨੂੰ ਇਹ ਹੀ ਸਮਝ ਨਹੀਂ ਆਈ ਤਾਂ ਤੁਸੀਂ ਸਵਾਲ ਦਾ ਜਵਾਬ ਨਹੀਂ ਦੇ ਸਕਦੇ। ਉਹਦਾ ਜਵਾਬ ਗੁਰੂ ਪਾਤਸ਼ਾਹ ਦਿੰਦੇ ਨੇ ਬਈ ਸਾਚੋਂ ਉਪਜੈ ਸਾਚ ਸਮਾਵੈ, ਸਾਚੇ ਸੂਚੇ ਏਕ ਮਿਆ। ਲੋ ਹੁਣ ਸੱਚੇ ਪ੍ਰਭੂ ਤੋਂ ਜੀ ਪੈਦਾ ਹੁੰਦਾ ਹੈ, ਸੱਚੇ ਵਿੱਚ ਲੀਨ ਰਹਿੰਦਾ ਹੈ, ਤੇ ਫਿਰ ਸੱਚੇ ਦਾ ਇੱਕੋ ਰੂਪ ਬਣ ਜਾਂਦਾ ਹੈ। ਜਿਹੜਾ ਗੁਰਮੁਖ ਹੈ, ਗੁਰੂ ਦੀ ਮੱਤ ਪਿੱਛੇ ਚੱਲਣ ਵਾਲਾ, ਗੁਰੂ ਦੀ ਮੱਤ ਲੈ ਕੇ ਜਿਹੜਾ ਜੀਵਨ ਏਦਾਂ ਬਤੀਤ ਕਰਦਾ, ਉਹਦਾ ਕੀ ਹੈ, ਉਹਦੇ ਚ ਸਮਾ ਜਾਂਦਾ, ਉਹ ਚ ਇੱਕ ਰੂਪ ਹੋ ਜਾਂਦਾ। ਸਾਚੋਂ ਉਪਜੈ, ਸਾਚੋਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਤੋਂ। ਆਪਾਂ ਅਖਰੀ ਅਰਥ ਦੇ ਸਿਰਫ ਕਰਾਂਗੇ, ਬਾਕੀ ਆਪਾਂ ਵਿਚਾਰ ਕਰ ਲਈਏ ਵੀ ਸੱਚੇ ਤੋਂ ਇਹਨੇ ਜਨਮ ਲਿਆ, ਫਿਰ ਸੱਚ ਚ ਹੀ ਸਮਾ ਜਾਂਦਾ। ਸਾਚੇ ਸੂਚੇ ਏਕ ਮਿਆ, ਮਿਆ ਦਾ ਹੋ ਜਾਣਾ, ਇੱਕ ਰੂਪ ਹੋ ਜਾਣਾ। ਜਿਵੇਂ ਪਾਣੀ ਪਾਣੀ ਚ ਪੈ ਜਾਂਦਾ ਹੈ, ਪਛਾਣ ਨਹੀਂ ਸਕਦੇ ਕਿ ਕਿਹੜਾ ਪਾਣੀ ਕਿਹੜੇ ਬਰਤਨ ਦਾ ਸੀ। ਬਿਲਕੁਲ ਇਸੇ ਢੰਗ ਨਾਲ ਇੱਕ ਰੂਪ ਜਿਹੜਾ ਹੈ ਉਹ ਹੋ ਜਾਂਦਾ ਹੈ। ਝੂਠੇ ਆਵੇਂ ਠਵਰ ਨਾ ਪਾਵੇਂ, ਦੂਜਾ ਆਵਾ ਗੌਨ ਪਿਆ। ਜਿਹੜੇ ਹੁਣ ਸਰੀਰ ਦੇ ਮਗਰ ਲੱਗੇ ਹੋਏ ਨੇ, ਨਾਸ਼ਵੰਤ ਪਦਾਰਥਾਂ ਦੇ ਪਿੱਛੇ ਲੱਗੇ ਹੋਏ ਆ, ਸਰੀਰ ਦੇ ਮਗਰ ਜਿਨ੍ਹਾਂ ਦੀ ਖੇਤੀ ਸਾਰੀ ਸਰੀਰ ਤੱਕ ਹੈ, ਜਿਹੜੇ ਸਮਝਦੇ ਸਭ ਕੁਝ ਸਰੀਰ ਨੂੰ ਹੈ, ਤੇ ਗੁਰੂ ਸਾਹਿਬ ਜੀ ਅੱਗੇ ਉਹਦਾ ਬਚਨ ਕਰਦੇ ਨੇ ਬਈ ਉਹ ਕੀ ਹੈ, ਝੂਠੇ ਨੇ, ਨਾਸ਼ਵੰਤ ਪਦਾਰਥਾਂ ਦੇ ਮੋਹ ਵਿੱਚ ਲੱਗੇ ਹੋਏ ਆ। ਤੇ ਉਹ ਨਾਸ਼ਵੰਤ ਪਦਾਰਥਾਂ ਦੇ ਮੋਹ ਵਿੱਚ ਜਿਹੜੇ ਲੱਗੇ ਹੋਏ ਆ, ਉਹ ਜਗਤ ਦੇ ਵਿੱਚ ਆਉਂਦੇ ਨੇ। ਉਹਨਾਂ ਨੂੰ ਨਾ ਮਨ ਦਾ ਟਿਕਾਓ ਹਾਸਲ ਹੁੰਦਾ, ਨਾ ਉਹ ਅਸਲੀਅਤ ਨੂੰ ਸਮਝਦੇ ਆ, ਨਾ ਉਹ ਜੋਤ ਸਰੂਪ ਦੀ ਗੱਲ, ਜੋਤ ਸਰੂਪ ਆਪਣੇ ਆਪ ਨੂੰ ਸਮਝਦੇ ਨੇ। ਉਹ ਤਾਂ ਆਪਣੀ ਦੂਰੀ ਬਣਾ ਕੇ ਰੱਖਦੇ, ਅੰਦਰ ਨੂੰ ਕਦੀ ਝਾਤ ਹੀ ਨਹੀਂ ਮਾਰਦੇ। ਉਹਦਾ ਸੰਬੰਧ ਹੀ ਸਰੀਰ ਦੇ ਤਲ ਤੇ ਖੜਾ, ਬਸ ਸਰੀਰ ਦੀਆਂ ਲੋੜਾਂ ਤੇ ਸਰੀਰ ਦਾ ਤਲ ਜਿਹੜਾ ਹੈ, ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਨੂੰ ਮਨ ਦਾ ਟਿਕਾਓ ਹਾਸਲ ਨਹੀਂ ਹੁੰਦਾ। ਤੇ ਦੂਜੇ ਭਾਵ ਦੇ ਕਾਰਨ ਉਹਨਾਂ ਦਾ ਜਨਮ ਮਰਨ ਦਾ ਚੱਕਰ ਜਿਹੜਾ ਬਣਿਆ ਰਹਿੰਦਾ। ਭਾਵ ਉਹ ਜਿਹੜੇ ਬੰਦੇ ਸੰਸਾਰ ਤੇ ਆਉਂਦੇ ਆ, ਉਹ ਫਿਰ ਟਿਕਾਓ ਵਿੱਚ ਨਹੀਂ ਆਉਂਦੇ। ਗੁਰੂ ਪਾਤਸ਼ਾਹ ਜੀ ਨੇ ਉਹਨਾਂ ਦੀ ਗੱਲ ਕੀਤੀ, ਜਿਹੜੇ ਬੰਦਿਆਂ ਦੀ ਪਰਮੇਸ਼ਰ ਦੀ ਬੰਦਗੀ ਵਿਸਰ ਗਈ ਹੈ। ਆਵਾ ਗੌਨ ਮਿਟੈ ਗੁਰ ਸ਼ਬਦੀ, ਆਪੇ ਪਰਖੇ ਬਖਸ਼ ਲਿਆ। ਹੁਣ ਆਵਾਗੁਣ ਮਿਟਣਾ ਕਿਵੇਂ ਹੈ, ਇਹ ਜਨਮ ਚੱਕਰ ਖਤਮ ਕਿਵੇਂ ਹੋਵੇ? ਤੇ ਗੁਰੂ ਪਾਤਸ਼ਾਹ ਕਹਿੰਦੇ ਗੁਰੂ ਦੇ ਸ਼ਬਦ ਵਿੱਚ ਜੁੜੇ ਮਨੁੱਖ ਦਾ, ਜਿਹੜਾ ਆਪਣੇ ਜੋਤ ਨੂੰ ਪਛਾਣ ਲੈਂਦਾ, ਜਿਹੜੇ ਨਿਰਗੁਣ ਸਰੂਪ ਨੂੰ ਪਛਾਣਦਾ, ਸਰਗੁਣ ਨਾਲੋਂ ਸਰਗੁਣ ਤੇ ਨਿਰਗੁਣ ਦਾ ਉਹਨੂੰ ਪਤਾ ਲੱਗ ਜਾਂਦਾ। ਹੁਣ ਜਿਹੜਾ ਇਸ ਗੱਲ ਨੂੰ ਪਛਾਣ ਲੈਂਦਾ ਹੈ, ਆਪਣੇ ਨਿਰਗੁਣ ਸਰੂਪ ਨੂੰ ਵੀ ਦੇਖਦਾ ਹੈ, ਉਹ ਸ਼ਬਦ ਵਿੱਚ ਜੁੜਦਾ ਹੈ। ਤੇ ਸ਼ਬਦ ਦੇ ਵਿੱਚ ਜੁੜੇ ਹੋਏ ਮਨੁੱਖ ਪ੍ਰਭੂ ਆਪ ਆਪਣੇ ਆਪ ਨੂੰ ਅੰਦਰਲੇ ਨੂੰ ਪਛਾਣ ਕਰ ਲੈਂਦਾ।
ਤਾਂ ਹੀ ਕਹਿੰਦੇ ਆਪਣਾ ਮੂਲ ਪਛਾਣ, ਉਹਨੂੰ ਆਪਣੇ ਮੂਲ ਦੀ ਪਛਾਣ ਹੋ ਜਾਂਦੀ ਹੈ, ਉਹਦੇ ਉੱਤੇ ਪਰਮੇਸ਼ਰ ਮਿਹਰ ਕਰਦਾ ਹੈ ਤੇ ਉਹਦਾ ਆਵਾਗਮਨ ਦਾ ਜਿਹੜਾ ਚੱਕਰ ਹੈ ਉਹ ਮਿਟ ਜਾਂਦਾ ਹੈ। ਫਿਰ ਗੁਰੂ ਸਾਹਿਬ ਜੀ ਅੱਗੇ ਬਚਨ ਕਰਦੇ, ਏਕਾ ਬੇਦਨ ਦੂਜੈ ਵਿਆਪੀ, ਨਾਮ ਰਸਾਇਨ ਵਿਸਰਿਆ। ਤੋ ਜੀ ਵਿਆਪੀ ਦਾ ਅਰਥ ਸਤਾ ਰਹੀ ਹੈ। ਤੋ ਗੁਰੂ ਸਾਹਿਬ ਜੀ ਨੇ ਕਹਿੰਦੇ ਨੇ ਵੇਦਨ ਦਾ ਅਰਥ ਹੁੰਦਾ ਪੀੜ, ਦੁੱਖ, ਪੀੜਾ। ਗੁਰੂ ਪਾਤਸ਼ਾਹ ਨੇ ਬਾਹਰ ਹੋਰ ਵੀ ਕਈ ਜਗ੍ਹਾ ਤੇ ਲਫ਼ਜ਼ ਵਰਤਿਆ। ਦੂਜਾ ਦਾ ਅਰਥ ਹੈ ਦੂਜੇ ਪਰਮੇਸ਼ਰ ਤੋਂ ਬਿਨਾਂ ਹੋਰ ਪਾਸੇ। ਏਕਾ ਵੇਦਨ ਦੂਜੈ ਵਿਆਪੀ, ਨਾਮ ਰਸਾਇਨ ਵਿਸਰਿਆ। ਰਸਾਇਨ ਦਾ ਅਰਥ ਹੈ ਰਸ ਦਾ ਘਰ। ਰਸ ਜਮਾ ਆਇਨ, ਦੋ ਸ਼ਬਦਾਂ ਤੋਂ ਬਣਿਆ, ਇਹਦਾ ਹੈ ਰਸ ਦਾ ਘਰ। ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਜਿਹੜਾ ਮਨੁੱਖ ਦੂਜੇ ਭਾਵ ਵਿੱਚ ਲੱਗਾ ਰਹਿੰਦਾ ਹੈ, ਜਿਹੜਾ ਮਨੁੱਖ ਜਿਹੜਾ ਪਰਮੇਸ਼ਰ ਸਭ ਰਸਾਂ ਦਾ ਘਰ ਹੈ, ਰਸਾਇਣ ਹੈ, ਸਭ ਰਸਾਂ ਦਾ ਘਰ ਹੈ, ਉਹਨੂੰ ਛੱਡ ਕੇ ਜਿਹੜੇ ਸਰੀਰ ਦੇ ਮਗਰ ਲੱਗ ਜਾਂਦੇ ਨੇ, ਦੂਜੇ ਭਾਵ ਦੇ ਕਾਰਨ ਇਹਨਾਂ ਦੇ ਅੰਦਰ ਫਿਰ ਹਉਮੈ ਦੀ ਪੀੜਾ ਬਣੀ ਰਹਿੰਦੀ ਹੈ। ਹਉਮੈ ਦਾ ਕੰਡਾ ਇਹਨਾਂ ਨੂੰ ਚੁਭਦਾ ਹੈ, ਜਿਉਂ-ਜਿਉਂ ਚੱਲਣਾ ਚੁਭੈ ਦੁੱਖ ਪਾਵੇਂ, ਫਿਰ ਮੌਤ ਦਾ ਭੈ ਇਹਨਾਂ ਦੇ ਉੱਤੇ ਹਮੇਸ਼ਾ ਹੀ ਬਣਿਆ ਰਹਿੰਦਾ ਹੈ। ਇਹ ਕੰਡਾ ਇਹੋ ਜਿਹਾ ਹੈ, ਭਾਵੇਂ ਮਖਮਲੀ ਜੁੱਤੀ ਪਾ ਲਓ ਥੱਲੇ, ਪੈਰ 'ਚ ਚੁੱਭ ਜਾ ਤਾਂ ਫਿਰ ਇਹ ਦਰਦ ਨਹੀਂ ਜਾਂਦੀ ਤੇ ਨਾ ਹੀ ਤੁਰਿਆ ਜਾਂਦਾ ਹੈ। ਜਿਹਨਾਂ ਅੰਦਰ ਹਉਮੈ ਦਾ ਕੰਡਾ ਹੈ, ਹਉਮੈ ਦੀ ਪੀੜਾ ਹੈ, ਹਉਮੈ ਦੀ ਤਕਲੀਫ, ਹਉਮੈ ਅੰਦਰ ਸੱਚ ਹੋ ਗਿਆ, ਗੁਰੂ ਪਾਤਸ਼ਾਹ ਕਹਿੰਦੇ ਇਹ ਨਾਮ ਰਸਾਇਣ, ਜਿਹੜਾ ਨਾਮ ਦਾ ਘਰ ਜਿਹੜਾ ਹੈ, ਰਸ ਦਾ ਘਰ ਜਿਹੜਾ ਹੈ, ਉਹਨਾਂ ਦੇ ਅੰਦਰੋਂ ਜਿਹੜਾ ਹੈ ਉਹ ਵਿਸਰ ਜਾਂਦਾ ਹੈ। ਇਹਨਾਂ ਨੂੰ ਸਾਰੇ ਰਸਾਂ ਦਾ ਘਰ ਪ੍ਰਭੂ ਦਾ ਨਾਮ ਵਿਸਰ ਜਾਂਦਾ ਹੈ। ਗੁਰੂ ਪਾਤਸ਼ਾਹ ਕਹਿੰਦਾ ਫਿਰ ਭੇਦ ਨੂੰ ਸਮਝਦਾ ਕੌਣ ਹੈ? ਸੋ ਬੂਝੈ ਜਿਸ ਆਪ ਬੁਝਾਏ, ਗੁਰ ਕੇ ਸ਼ਬਦ ਸੋ ਮੁਕਤ ਭਿਆ। ਨਾਨਕ ਤਾਰੇ ਤਾਰਨ ਹਾਰਾ, ਹਉਮੈ ਦੂਜਾ ਪਰ ਹਰਿਆ। ਪਰਿਆ ਦਾ ਤਿਆਗਣਾ, ਦੂਰ ਕਰ ਲੈਣਾ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਇਸ ਆਖਰ ਵਿੱਚ ਸਮਝਾਉਂਦੇ ਨੇ ਵੀ ਇਹ ਪ੍ਰਭੂ ਨੂੰ ਜਦੋਂ ਬਖਸ਼ਿਸ਼ ਕਰਦਾ ਉਦੋਂ ਇਹ ਸਮਝ ਆਉਂਦੀ ਹੈ। ਇਹਦਾ ਮਤਲਬ ਹੈ ਜਦੋਂ ਸਾਨੂੰ ਇਹ ਗੱਲ ਸਮਝ ਆ ਗਈ, ਸਮਝਣਾ ਸਾਡੇ ਤੇ ਰਹਿਮਤ ਬਖਸ਼ਿਸ਼ ਹੋਈ ਹੈ। ਜੀਵਨ ਦੇ ਮਨੋਰਥ ਬਾਰੇ ਸਮਝ ਆ ਜਾਏ, ਜੀਵਨ 'ਚ ਕਰਨਾ ਕੀ ਇਹਦੀ ਗੱਲ ਸਮਝ ਆ ਜਾਏ, ਇਹਦਾ ਮਤਲਬ ਅਸੀਂ ਬਖਸ਼ਿਸ਼ ਦੇ ਅਧੀਨ ਹਾਂ। ਅਸੀਂ ਬਖਸ਼ ਗੁਰੂ ਸਾਡੇ ਤੇ ਰਹਿਮਤ ਕਰ ਰਿਹਾ ਹੈ। ਹੋਰ ਬਖਸ਼ਿਸ਼ ਇਹ ਨਹੀਂ ਹੁੰਦੀ ਸਾਡੇ ਪਾਸ ਦੌਲਤ ਕਿੰਨੀ ਆ ਗਈ, ਪੈਸਾ ਕਿੰਨਾ ਆ ਗਿਆ, ਕਾਰਾਂ ਕਿੰਨੀਆਂ ਆ ਗਈਆਂ, ਘਰ ਕਿੰਨੇ ਵੱਡੇ ਹੋ ਗਏ, ਕੋਠੀਆਂ ਕਿੰਨੀਆਂ ਵੱਡੀਆਂ ਬਣ ਗਈਆਂ। ਅਸੀਂ ਬਖਸ਼ਿਸ਼ ਇਹਨਾਂ ਚੀਜ਼ਾਂ ਨਾਲ ਤੋਲੀ ਹੈ। ਜਦੋਂ ਕੋਈ ਪੁੱਛੇ ਕਿ ਬੜੀ ਬਖਸ਼ਿਸ਼ ਹੈ, ਮਾਲਕ ਨੇ ਬੜਾ ਕੁਝ ਦਿੱਤਾ, ਤੇ ਜੋ ਮਾਲਕ ਦੇ ਕੋਲ ਲੈਣਾ ਸੀ ਉਹ ਲੈ ਲਿਆ, ਤੇ ਉਹਦਾ ਖਿਆਲ ਕਰ ਲਿਆ, ਉਹਦੇ ਬਾਰੇ ਸੋਚ ਲਿਆ ਕਿ ਚੀਜ਼ਾਂ ਅਸੀਂ ਦੇਖ ਲਈਆਂ, ਇਹ ਕਦੀ ਆਪਣੇ ਵੱਲ ਦੇਖਿਆ ਨਹੀਂ। ਪਰ ਗੁਰੂ ਜਿਹਦੇ ਉੱਤੇ ਰਹਿਮਤ ਕਰਦਾ ਉਹਨੂੰ ਭੇਦ ਸਮਝ ਆ ਜਾਂਦੀ ਹੈ ਵੀ ਮੇਰਾ ਨਿਰਗੁਣ ਸਰੂਪ ਤੇ ਸਰਗੁਣ ਸਰੂਪ ਹੈ, ਸਰੀਰ ਦੇ ਨਾਲ ਜੋਤ ਵੀ ਹੈ। ਫਿਰ ਜੋਤ ਦੇ ਵਾਹਿਗੁਰੂ ਦੀ ਬੰਦਗੀ 'ਚ ਜੁੜਦਾ ਹੈ ਤੇ ਜੀਵਨ ਨੂੰ ਸ਼ਿੰਗਾਰਦਾ, ਤੇ ਜੋਤ ਆਪਣੇ ਅਸਲੇ ਪਰਮੇਸ਼ਰ ਦੇ ਵਿੱਚ ਜਾ ਕੇ ਸਮਾ ਜਾਂਦੀ ਹੈ, ਉਹ ਹੋਰ ਕਿਤੇ ਨਹੀਂ ਜਾਂਦੀ। ਗੁਰੂ ਪਾਤਸ਼ਾਹ ਜੀ ਫਿਰ ਸਾਨੂੰ ਸਮਝਾਉਂਦੇ ਨੇ ਵੀ ਗੁਰੂ ਦੇ ਸ਼ਬਦ ਵਿੱਚ ਜੁੜਨ ਕਰਕੇ ਫਿਰ ਮਨੁੱਖ ਆਪਣੀ ਮੈਂ ਮੇਰੀ ਤੋਂ ਆਜ਼ਾਦ ਹੋ ਜਾਂਦਾ, ਮੁਕਤ ਹੋ ਜਾਂਦਾ। ਸਤਿਗੁਰੂ ਜੀ ਕਹਿੰਦੇ ਵੀ ਨਾਨਕ ਜਿਸ ਨੇ ਹਉਮੈ ਦਾ ਦੂਜਾ ਭਾਵ ਤਿਆਗ ਦਿੱਤਾ, ਤਾਰਨਹਾਰ ਪ੍ਰਭੂ ਜਿਹੜਾ ਹੈ ਉਸ ਮਨੁੱਖ ਨੂੰ ਤਾਰ ਲੈਂਦਾ ਹੈ, ਜਿਸ ਨੇ ਹਉਮੈ ਦਾ ਆਪਣੇ ਅੰਦਰੋਂ ਹਉਮੈ ਭਾਵ ਜਿਹੜਾ ਸੀ ਉਹ ਤਿਆਗ ਦਿੱਤਾ। ਤੋ ਇਸ ਪੌੜੀ ਵਿੱਚ ਗੁਰੂ ਪਾਤਸ਼ਾਹ ਜੀ ਨੇ ਜਿਹੜੀ ਗੱਲ ਸਭ ਨੂੰ ਸਮਝਾਈ ਵੀ ਇਹ 'ਚ ਕੋਈ ਸ਼ੱਕ ਨਹੀਂ ਕਿ ਸਾਰੀ ਸ੍ਰਿਸ਼ਟੀ ਉੱਤੇ ਵੀ ਪਰਮੇਸ਼ਰ ਤੋਂ ਹੋਈ ਹੈ। ਪਰ ਜਦੋਂ ਜੀਵ ਸੰਸਾਰ ਵਿੱਚ ਆਏ ਤਾਂ ਅਨੇਕ ਪ੍ਰਕਾਰ ਦੇ ਕਰਮ ਕਰਨਾ, ਇਹਨਾਂ ਦੇ ਤੌਰ ਤਰੀਕੇ ਵੱਖਰੇ ਹੋਏ, ਸੁਭਾਅ ਵੱਖਰੇ ਹੋਏ। ਮਨੁੱਖਤਾ ਜਾਤ ਪਾਤ ਕਈ ਕੁਛ ਜਿਹੜੀ ਸੀ ਮਨੁੱਖਤਾ ਦੀ ਵੰਡੀ ਗਈ। ਇਹ ਸਾਰੀ ਜੀਵ ਦੇ ਕਰਮਾਂ ਦੇ ਕਰਮ ਕਰਦਾ ਉਹਦੇ ਤੇ ਆਧਾਰਿਤ ਹੈ। ਗੁਰੂ ਸਾਹਿਬ ਨੇ ਇਨਸਾਨ ਨੂੰ ਦੋ ਸ਼੍ਰੇਣੀਆਂ 'ਚ ਵੰਡਿਆ, ਇੱਕ ਗੁਰਮੁਖ ਨੂੰ, ਇੱਕ ਮਨਮੁਖ। ਦੋ ਸ਼੍ਰੇਣੀਆਂ 'ਚ ਗੁਰੂ ਸਾਹਿਬ ਜੀ ਨੇ ਵੰਡਿਆ। ਗੁਰਮੁਖ ਉਹ ਹੈ ਜਿਹਦਾ ਮੂੰਹ ਗੁਰੂ ਵਾਲੇ ਪਾਸੇ ਹੈ, ਜਿਹਨੂੰ ਆਪਣੀ ਜੋਤ ਦੀ ਸਮਝ ਆ ਗਈ, ਨਿਰਗੁਣ ਸਰੂਪ ਪਰਮੇਸ਼ਰ ਦੀ ਸਮਝ ਆਈ ਕਿ ਮੇਰੇ ਅੰਦਰ ਉਸ ਕਰਤਾਰ ਦੀ ਜੋਤ ਹੈ। ਮਨਮੁਖ ਉਹ ਹੈ ਜਿਹਦਾ ਝੁਕਾਅ ਆਪਣੇ ਮਨ ਵਾਲੇ ਪਾਸੇ ਹੈ, ਜਿਹੜਾ ਕੇਵਲ ਬਾਹਰ ਦੀ ਗੱਲ ਕਰਦਾ, ਅੰਦਰ ਦੀ ਗੱਲ ਨਹੀਂ ਕਰਦਾ। ਜਦੋਂ ਗੁਰਮੁਖ ਦਾ ਮੂੰਹ ਗੁਰੂ ਵੱਲ ਹੈ, ਮਨਮੁਖ ਦਾ ਉਹ ਮਨ ਵੱਲ ਹੈ, ਇਸ ਦ੍ਰਿਸ਼ਟੀਕੋਣ ਤੋਂ ਸਾਰੀ ਜਿਹੜੀ ਪੌੜੀ ਆਪਾਂ ਪੜ੍ਹੀ ਹੈ, ਸਾਚੋਂ ਉਪਜੈ ਸਾਧ ਸਮਾਗ ਦੇ ਅਰਥ ਕੀਤੇ, ਤਾਂ ਸਾਨੂੰ ਸਮਝ ਆ ਜਾਂਦੀ ਹੈ ਕਿ ਅਸਲ ਵਿੱਚ ਇਹ ਜੀਵਨ ਦਾ ਮਨੋਰਥ ਗੁਰਮੁਖ ਬਣ ਕੇ ਜਿਉਣਾ ਹੈ, ਆਪਣਾ ਮੂੰਹ ਗੁਰੂ ਵਾਲੇ ਪਾਸੇ ਕਰਕੇ ਜਿਉਣਾ ਹੈ, ਤੜਕੇ ਸਾਨੂੰ ਆਪਣੀ ਅਸਲੀਅਤ ਦੀ ਸਮਝ ਜਿਹੜੀ ਹੈ ਉਹ ਜੋਤ ਦੀ ਸਮਝ ਜਿਹੜੀ ਆ ਜਾਏ।
ਇਹ ਜੀਵਨ ਜਿਹੜੇ ਮਨੁੱਖ ਇਹ ਸਮਝ ਲੈਂਦੇ ਨੇ ਉਹ ਫਿਰ ਜੀਵਨ ਮੁਕਤ ਹੋ ਜਾਂਦੇ ਆ। ਜਿਹੜੇ ਪਿਛਲੀ ਪੌੜੀ 'ਚ ਆਪਾਂ ਗੱਲ ਕੀਤੀ ਸੀ ਨਾ, ਸ਼ਬਦ ਨਾਲ ਹੁੰਦਾ ਕਿ ਜੀਵਨ ਮੁਕਤ ਹੁੰਦੇ, ਜਿਉਂਦੇ ਮਰ ਜਾਂਦੇ ਨੇ, ਆਪਣੇ ਆਪ ਨੂੰ ਮਾਰ ਲੈਂਦੇ ਨੇ। ਪਰ ਦੂਜੇ ਪਾਸੇ ਜਿਹੜੇ ਕਿ ਕਾਇਆ ਦੇ ਝੂਠ ਦੇ ਵਿੱਚ ਫਸੇ ਰਹਿੰਦੇ ਨੇ, ਉਹ ਜਨਮ ਮਰਨ ਦਾ ਗੇੜਾ ਉਹਨਾਂ ਦਾ ਚੱਲਦਾ ਰਹਿੰਦਾ ਹੈ। ਤੇ ਗੁਰੂ ਦਾ ਸ਼ਬਦ ਹੈ ਜਿਹੜਾ ਸਾਨੂੰ ਇਸ ਜੋਤ ਦੀ ਪਹਿਚਾਣ ਕਰਾਉਂਦਾ ਹੈ ਤੇ ਆਵਾਗਮਨ ਦੇ ਚੱਕਰ ਤੋਂ ਸਾਨੂੰ ਬਾਹਰ ਕੱਢਦਾ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਪਛਾਣ ਲੈਂਦਾ, ਗੁਰੂ ਪਾਤਸ਼ਾਹ ਕਹਿੰਦੇ ਜੀਵਨ ਮੁਕਤ ਹੋ ਜਾਂਦਾ ਹੈ। ਜੋਗਮਾਦੀਆਂ ਰਿਧੀਆਂ ਸਿੱਧੀਆਂ ਕਰਾਮਾਤਾਂ ਦਿਖਾਉਣੀਆਂ, ਭਾਵੇਂ ਜਿੰਨੇ ਮਰਜ਼ੀ ਉਹ ਧਣੀ ਹੋਣ ਇਹਨਾਂ ਚੀਜ਼ਾਂ 'ਚ, ਭਾਵੇਂ ਉਹਨਾਂ ਨੂੰ ਸਿੱਧ ਕਿਹਾ ਜਾਵੇ ਪੁੱਗੇ ਹੋਏ ਜੋਗੀ ਜਿਹੜੇ ਨੇ, ਪਰ ਗੁਰੂ ਜੀ ਉਹਨਾਂ ਨੂੰ ਸਿੱਧਾਂ ਦੇ ਮੁਕਾਬਲੇ ਤੇ ਇੱਕ ਆਦਰਸ਼ਕ ਜੀਵਨ, ਗੁਰਮੁਖ ਜੀਵਨ ਦਾ ਜਿਹੜੀ ਗੱਲ ਹੈ ਉਹ ਦੱਸਦੇ ਹਨ ਕਿ ਅਸਲ ਜੀਵਨ ਦਾ ਆਦਰਸ਼ ਕੀ ਹੈ, ਜੀਵਨ ਆਉਂਦਾ ਕਿੱਥੋਂ ਹੈ, ਜਾਂਦਾ ਕਿੱਥੋਂ ਹੈ। ਇਹ ਸਾਰੀ ਖੇਡ ਪ੍ਰਭੂ ਦੀ ਬਖਸ਼ਿਸ਼ ਹੈ, ਪ੍ਰਭੂ ਦੀ ਮਿਹਰ ਹੈ। ਜਿਸ ਉੱਤੇ ਪ੍ਰਭੂ ਬਖਸ਼ਿਸ਼ ਕਰਦਾ, ਗੁਰੂ ਸ਼ਬਦ ਦੀ ਉਹਨੂੰ ਸੋਝੀ ਕਰਾਉਂਦਾ ਹੈ ਤੇ ਸੋਝੀ ਦੇ ਨਾਲ ਉਹ ਅੰਦਰੋਂ ਦੂਜਾ ਭਾਵ ਤਿਆਗ ਦਿੰਦਾ, ਜਿਹਦੇ ਫਲਸਰੂਪ ਤਾਰਨਹਾਰਾ ਮਾਰਗ ਉਸ ਨੂੰ ਸੰਸਾਰ ਭਵਜਲ ਤੋਂ ਤਾਰ ਦਿੰਦਾ ਹੈ। ਇਹ ਗੁਰੂ ਪਾਤਸ਼ਾਹ ਜੀ ਨੇ ਗੱਲ ਸਮਝਾਈ। ਇਹ ਸਾਡੀ ਬੇੜੀ ਜਿਹੜੀ ਹੈ ਨਾ, ਸੰਸਾਰ ਭਵਜਲ ਦੇ ਵਿੱਚ ਉਲਝੀ ਹੋਈ ਹੈ। ਗੁਰ ਤਾਰ ਤਾਰ ਨਹਾਰਿਆ, ਤੇ ਤਾਰ ਨਹਾਰੇ ਸਤਿਗੁਰੂ ਤਾਰ ਲਾ, ਹਮ ਡੋਲਤ ਬੇੜੀ ਪਾਪ ਭਰੀ ਹੈ। ਤੇ ਸਾਡੀ ਪਾਪਾਂ ਨਾਲ ਭਰੀ ਬੇੜੀ ਡੋਲਦੀ ਹੈ, ਕਿਉਂਕਿ ਅਸੀਂ ਸਰੀਰ ਦੇ ਮੋਹ ਵਿੱਚ ਲੱਗੇ ਹੋਏ ਆ, ਸਾਨੂੰ ਸਾਡਾ ਮੂੰਹ ਗੁਰੂ ਵਾਲੇ ਪਾਸੇ ਨਹੀਂ ਹੋਇਆ। ਇਸੇ ਕਰਕੇ ਸਾਨੂੰ ਆ ਸਵਾਲ ਅੰਦਰ ਖੜੇ ਹੋ ਗਏ ਕਿ ਜਾਣਾ ਕਿੱਥੇ, ਆਉਣਾ ਕਿੱਥੇ ਹੈ। ਜਦੋਂ ਇਹ ਸਰੂਪ ਹੋ ਗਿਆ, ਸਮਝ ਆ ਗਈ ਵੀ ਉਹਨੇ ਮਰਨਾ ਨਹੀਂ, ਮਰਨ ਹਾਰੇ ਜੀਰਾ ਨਹੀਂ, ਇਹ ਜਿੰਦ ਤਾਂ ਮਰਦੀ ਨਹੀਂ। ਤਾਂ ਫਿਰ ਸਾਨੂੰ ਆ ਸਵਾਲਾਂ ਦੇ ਵਿੱਚੋਂ ਆਪਣੇ ਆਪ ਹੀ ਗੁਰੂ ਪਾਤਸ਼ਾਹ ਪਰਮੇਸ਼ਰ ਜੀ ਬਖਸ਼ਿਸ਼ ਕਰਕੇ ਇਸ ਗੁੰਝਲਾਂ ਤੋਂ ਕੱਢ ਦੇਣਗੇ। ਬਸ ਸਾਡੇ ਜੁਮੇ ਇੱਕੋ ਹੀ ਕੰਮ ਰਹੇਗਾ ਕਿ ਅਸ ਆਪਣਾ ਮੂੰਹ ਗੁਰੂ ਵਾਲੇ ਪਾਸੇ ਰੱਖੀਏ, ਤਦ ਕਿ ਸਾਡਾ ਲੋਕ ਪਰਲੋਕ ਸਹੇਲਾ ਹੋ ਜਾਏ। ਇੰਨੇ ਕੁ ਬਚਨ ਪ੍ਰਵਾਨ ਕਰਦੇ ਜੀ। ਭੁੱਲ ਚੁੱਕੀ ਦੀ ਖਿਮਾ। ਸਾਰਿਆਂ ਨੂੰ ਬੇਨਤੀ ਕਰਦਾ ਹਾਂ, ਪਿਆਰ ਸਤਿ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।